ਜਪਜੀ ਦੀਆਂ ਜਿਹੜੀਆਂ ਪਹਿਲੇ ਦੋ ਪੌੜੀਆਂ ਵਿੱਚ ਜਿਹੜਾ ਕਰਕਸ ਜਿਹੜਾ ਮੈਟਰ ਹੈ ਦੋ ਪੌੜੀਆਂ ਦਾ, ਪਹਿਲੀ ਪੌੜੀ ਦਾ ਜਿਹੜਾ ਹੈ ਕਿ ਪ੍ਰਮਾਤਮਾ ਦੀ ਪ੍ਰਾਪਤੀ ਦੇ ਵਾਸਤੇ ਪ੍ਰਮਾਤਮਾ ਦੀ ਮਰਜ਼ੀ ਨੂੰ ਜਾਣਨਾ ਬਹੁਤ ਬਹੁਤ ਇੰਪੋਰਟੈਂਟ ਹੈ। ਉਹਦੀ ਮਰਜ਼ੀ ਕੀ ਹੈ ਤੇ ਉਹਦੀ ਮਰਜ਼ੀ ਦੇ ਹਿਸਾਬ ਦੇ ਨਾਲ ਆਪਣੇ ਜੀਵਨ ਨੂੰ ਢਾਲ ਲੈਣਾ ਇੱਕ ਬਹੁਤ ਵੱਡੀ ਰਿਕੁਆਇਰਮੈਂਟ ਦੱਸੀ ਹੈ ਜਪਜੀ ਸਾਹਿਬ ਵਿੱਚ ਉਸ ਤੱਕ ਪਹੁੰਚਣ ਦੀ। ਪਹਿਲੀ ਉਹਦੀ ਮਰਜ਼ੀ ਨੂੰ ਜਾਣਨਾ, ਫਿਰ ਉਹਦੀ ਮਰਜ਼ੀ ਵਿੱਚ ਉਹਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਨੂੰ ਮੰਨ ਲੈਣਾ। ਤੇ ਉਹਦੀ ਖੁਸ਼ੀ ਕੀ ਹੈ ਉਹ ਬਾਣੀ 'ਚ ਬਹੁਤ ਜਗ੍ਹਾ ਡਿਫਾਈਨਡ ਆਈ ਹੈ ਕਿ ਉਹਦੀ ਖੁਸ਼ੀ ਕੀ ਹੈ। ਐਂਡ ਆਈ ਸੈਡ ਅਰਲੀਅਰ ਕਿ ਜਿਸ ਤਰ੍ਹਾਂ ਅਨੀਅਨ ਨੂੰ ਪੀਲ ਕਰੋ ਤੇ ਅਪਰ ਲੇਅਰਸ ਹੁੰਦੇ ਨੇ, ਫਿਰ ਲੋਅਰ ਲੇਅਰਸ ਹੁੰਦੇ ਨੇ। ਅਪਰ ਲੇਅਰ ਆਫ ਦੇ ਜਿਹੜੇ ਹੁਕਮ ਜਿਹੜੇ ਹਨ ਉਹ ਸਮਝਣੇ ਮੁਸ਼ਕਿਲ ਨਹੀਂ ਹਨ ਬਹੁਤ। ਕਿਹੜੀਆਂ ਚੀਜ਼ਾਂ ਪ੍ਰਮਾਤਮਾ ਨੂੰ ਪਸੰਦ ਹਨ, ਉਹਦਾ ਸੁਭਾਅ ਕਿਸ ਤਰ੍ਹਾਂ ਦਾ ਹੈ, ਉਸ ਨੂੰ ਪਹਿਚਾਣਨਾ ਤੇ ਬਾਣੀ ਦੇ ਥਰੂ ਉਸ ਨੂੰ ਪਹਿਚਾਣ ਕੇ ਉਹ ਸੁਭਾਅ ਜਿਹੜੇ ਹਨ ਆਪਣੇ ਜੀਵਨ 'ਚ ਲੈ ਕੇ ਆਣੇ, ਆਪਣੇ ਜੀਵਨ ਨੂੰ ਉਸ ਸੁਭਾਅ ਦੇ ਹਿਸਾਬ ਦੇ ਨਾਲ ਢਾਲ ਲੈਣਾ ਹੁਕਮ ਰਚਾਈ ਹੈ। ਤੇ ਫਿਰ ਜਦੋਂ ਢਾਲਦਿਆਂ ਜਿਹੜੀ ਅਨੀਅਨ ਦੇ ਜਿਹੜੇ ਡੀਪਰ ਲੇਅਰ ਹਨ ਜਿਹੜੇ ਉਦੋਂ ਅਪੀਲ ਕਰਦੇ ਹੋ ਉਹ ਫਿਰ ਭਾਣੇ 'ਚ ਗੱਲ ਆ ਜਾਂਦੀ ਹੈ। ਫਿਰ ਉਹ ਅਪਰ ਜਿਹੜੀ ਡੀਪਰ ਲੇਅਰ ਆਫ ਹੁਕਮ ਜਿਹੜੇ ਉਹ ਫਿਰ ਰੈਵਲੇਸ਼ਨ ਉਹਦੀ ਸਲੋਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਸ ਚੀਜ਼ ਦੀ। ਪਰ ਮੋਸਟ ਇੰਪੋਰਟੈਂਟ ਥਿੰਗ ਜਿਹੜੀ ਇਹ ਹੈ ਕਿ ਜੇ ਅਗਰ ਉਸਨੂੰ ਕੰਪੈਸ਼ਨ ਪਸੰਦ ਹੈ, ਸੇਵਾ ਪਸੰਦ ਹੈ, ਓਨੈਸਟੀ ਪਸੰਦ ਹੈ, ਸੇਵਾ ਪਸੰਦ ਹੈ, ਫੋਰਗਿਵਨੈਸ ਪਸੰਦ ਹੈ, ਤੇ ਉਹ ਕੁਆਲਿਟੀਜ਼ ਆਪਣੀਆਂ ਲਾਈਫ ਵਿੱਚ ਲੈ ਕੇ ਆਏ ਜ਼ਰੂਰ। ਸੋ ਇਹ ਪਹਿਲੀ ਪੌੜੀ ਦਾ ਸਾਰ ਹੈ। ਦੂਸਰੀ ਪੌੜੀ ਵਿੱਚ ਕਹਿੰਦੇ ਨੇ ਕਿ ਠੀਕ ਹੈ ਇਹ ਗੱਲ ਕਿ ਆਪਣੇ ਆਪ ਨੂੰ ਢਾਲਣਾ ਹੈ ਤੈਨੂੰ, ਪਰ ਇੱਕ ਗੱਲ ਯਾਦ ਰੱਖੀ, ਜਦ ਤੱਕ ਹਉਮੈ ਦੇ ਰੋਗ ਨੂੰ ਪਛਾਣੇਗਾ ਨਹੀਂ, ਜਦ ਤੱਕ ਇਹ ਜਿਹੜੇ ਸਪਿਰਿਚੁਅਲ ਜਿਹੜੀ ਡਿਜ਼ੀਜ਼ ਦੇ ਨਾਲ ਤੇਰੀ ਜਾਣ ਪਛਾਣ ਨਹੀਂ ਹੋਏਗੀ, ਤਦ ਤੱਕ ਪ੍ਰਮਾਤਮਾ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੈ। ਤੇ ਉਹਦੇ ਬਾਰੇ ਫਿਰ ਦੱਸਦੇ ਹਨ ਕਿ ਹੁਕਮ ਸਭ ਕੁਝ ਚਲਣ ਚਲਾਉਣ ਵਾਲਾ ਹੈ, ਹੁਕਮ ਦੁੱਖ ਸੁੱਖ ਦੇਣ ਵਾਲਾ ਹੈ, ਹੁਕਮ ਤੋਂ ਸਿਵਾਏ ਹੋਰ ਕੋਈ ਕਰਨ ਵਾਲਾ ਹੀ ਹੈ, ਸਭ ਕੁਝ ਕਰਾਉਣ ਵਾਲਾ ਹੁਕਮ ਹੈ। ਤੇ ਜਿਸ ਬੰਦੇ ਨੂੰ ਹੁਕਮ ਦੀ ਸੋਝੀ ਹੋ ਜਾਂਦੀ ਹੈ ਉਸ ਨੂੰ ਫਿਰ ਹਉਮੈ ਬਾਦਰ ਨਹੀਂ ਕਰਦੀ। ਨਾਨਕ ਹੁਕਮੇ ਜੇ ਬੁਝੈ ਤੇ ਜਿਹਨੂੰ ਜਾਂ ਉਲਟਾ ਕਹਿ ਲਓ ਜਿਸ ਨੂੰ ਹਉਮੈ ਦੀ ਸੁਝ ਆ ਜਾਂਦੀ ਹੈ ਉਸ ਨੂੰ ਫਿਰ ਹੁਕਮ ਦਾ ਪਤਾ ਲੱਗ ਜਾਂਦਾ ਵੀ ਹੁਕਮ ਮੈਂ ਕਿੱਥੇ ਬਣਾ ਖੜਾ ਹਾਂ ਤੇ ਹਉਮੈ ਕਿੱਥੇ ਹੈ। ਇਹ ਦੋ ਗੱਲਾਂ ਹੁਣ ਤੱਕ ਹੋ ਗਈਆਂ। ਇਹ ਦੋ ਗੱਲਾਂ ਦੀ ਸੋਝੀ ਦੇ ਦਿੱਤੀ ਨੇ। ਇੱਕ ਸੋਝੀ ਆਪਣੀ ਲਾਈਫ ਨੂੰ ਉਸ ਵੱਡੇ ਹੁਕਮ ਦੇ ਅਨੁਕੂਲ ਚਲੋ, ਪ੍ਰਤੀਕੂਲ ਨਾ ਚਲੋ। ਹਾਂਜੀ, ਤੇ ਜੇ ਹੁਣ 15 ਬੰਦਿਆਂ ਦੇ ਅਸੀਂ ਗਾਉਂਦੇ ਹਾਂ ਆਸਾ ਦੀ ਵਾਰ, ਕਈ ਵਾਰੀ ਪੂਰਾ ਗਰੁੱਪ ਜਦੋਂ ਗਾਏ ਦੇ 25-30 ਬੰਦੇ ਵੀ ਹੋ ਜਾਂਦੇ ਨੇ। ਜਸਟ ਇਮੈਜਿਨ ਕੋਈ ਗਾ ਰਿਹਾ ਹੋਵੇ ਆਸਾ ਦੀ ਵਾਰ 25 ਵਜੇ ਤੇ ਉਹਦੇ ਚੋਂ 2 ਬੰਦੇ ਬੈਠੇ ਹੋਣੇ ਹੋ ਜੇ ਜਿਨ੍ਹਾਂ ਦੇ ਸਾਹ ਹੀ ਨਾ ਮਿਲੇ ਸਾਡੇ ਨਾਲ, ਜਿਨ੍ਹਾਂ ਦੇ ਸੁਰ ਕਿਧਰੇ ਹੋਰ ਹੋਣ, ਅਸੀਂ ਜੀ ਸ਼ਾਕ ਤੇ ਗਾ ਰਹੀ ਹੋਵੇ ਤਾਂ ਉਹ ਕਿਧਰੇ ਸੀ ਤੇ ਹੋਣ ਕਿਧਰੇ। ਤੇ ਮੰਨੋ ਮੇਰੀ ਗੱਲ, ਅਗਰ ਕੋਈ ਗਾ ਕੇ ਦੇਖੇ ਇਸ ਤਰ੍ਹਾਂ ਤੇ ਇਤਨਾ ਬੇਸੁਰਾ ਲੱਗੇਗਾ ਨਾ, ਇਤਨਾ ਬੇਸੁਰਾ ਲੱਗੇਗਾ, ਕੰਨ ਕਹਿਣਗੇ ਯਾਰ ਇਹ ਕੀ ਸੁਣ ਰਿਹਾ ਸੀ ਮੈਂ। ਉਸੇ ਤਰ੍ਹਾਂ ਜਦੋਂ ਪ੍ਰਮਾਤਮਾ ਦੇ ਹੁਕਮ ਦੇ ਉਲਟ ਬੰਦਾ ਚੱਲਦਾ ਹੈ, ਪ੍ਰਮਾਤਮਾ ਦੇ ਉਸ ਸਿਸਟਮ ਦੇ ਜਦੋਂ ਆਪਣੀ ਲਾਈਫ ਨੂੰ ਅਨੁਕੂਲ ਨਾ ਬਣਾ ਕੇ ਉਹਦੇ ਪ੍ਰਤੀਕੂਲ ਚੱਲਣ ਦੀ ਕੋਸ਼ਿਸ਼ ਕਰਦਾ ਹੈ, ਤੇ ਉਸੇ ਤਰ੍ਹਾਂ ਲਾਈਫ ਵਿੱਚ ਫਿਰ ਇਸ਼ੂਜ਼ ਆਉਂਦੀਆਂ ਹਨ। ਉਸੇ ਤਰ੍ਹਾਂ ਜਿਸ ਤਰ੍ਹਾਂ ਉਹ ਬੇਸੁਰੇ ਦੀ ਆਵਾਜ਼ ਕਰਨ ਨੂੰ ਬਾਦਰ ਕਰਦੀ ਹੈ, ਫਿਰ ਸਾਰਾ ਜੀਵਨ ਬੇਸੁਰਾ ਹੋ ਜਾਂਦਾ ਹੈ, ਸਾਰਾ ਕੁਝ ਬੇਸੁਰਾ ਲੱਗਦਾ ਹੈ, ਸਭ ਕੁਝ ਬੇਸੁਰਾ ਹੁੰਦਾ ਹੈ। ਫਿਰ ਹਾਲਤ ਇਹ ਵੀ ਹੋ ਸਕਦੀ ਹੈ ਕਿ ਘਰ ਸਭ ਕੁਝ ਹੁੰਦਿਆਂ ਸੌਂਦਿਆਂ ਪੈਸੇ ਵੀ ਹਨ, ਫਰੈਂਡਸ ਵੀ ਹਨ, ਬੈਂਕ ਅਕਾਊਂਟ ਭਰੇ ਪਏ, ਵੱਡੇ ਘਰ ਹਨ, ਤਾਂ ਵੀ ਸੁਖੀ ਨਹੀਂ ਹੈ ਵਿਚਾਰਾ, ਤਾਂ ਵੀ ਗੋਲੀਆਂ ਖਾਂਦਾ ਹੈ ਦਿਨ ਰਾਤ, ਤਾਂ ਵੀ ਜਾਂਦਾ ਸਾਈਕਾਇਟਰਿਸਟ ਨਾਲ ਗੱਲ ਕਰਨ ਵਾਸਤੇ, ਅੰਦਰੋਂ ਖੁਸ਼ੀ ਕਿਸੇ ਗੱਲ ਦੀ ਨਹੀਂ ਹੋ ਪਾਉਂਦੀ ਉਹਨੂੰ। ਸੋ ਮਹਾਰਾਜ ਇੱਥੇ ਤਾਕੀਦ ਦਿੰਦੇ ਹਨ ਪਹਿਲੀ ਪੌੜੀ ਵਿੱਚ ਕਿ ਆਪਣੇ ਜੀਵਨ ਨੂੰ ਉਹਦੇ ਹਿਸਾਬ ਦੇ ਨਾਲ ਢਾਲ ਲੈ, ਉਹਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਨੂੰ ਮਨਾ। ਤੇ ਲਾਈਫ ਸਟਾਈਲ ਚੇਂਜਸ ਹਨ ਸਾਰੀਆਂ। ਇਹ ਲਾਈਫ ਸਟਾਈਲ ਚੇਂਜਸ ਕਰਨੀਆਂ ਵੀ ਇੰਨੀ ਈਜ਼ੀ ਨਹੀਂ ਹੈ, ਮੈਨੂੰ ਤਾਕਤ ਲੱਗਦੀ ਹੈ ਬੜੀ। ਦੂਸਰੀ ਪੌੜੀ ਵਿੱਚ ਹੁਕਮ ਇਹ ਹੈ ਕਿ ਇਸ ਗੱਲ ਨੂੰ ਮੂਰਖ ਸਮਝ ਕੇ ਕਰਨ ਕਰਾਉਣ ਵਾਲਾ ਹੁਕਮ ਹੈ, ਹੋਰ ਕੋਈ ਨਹੀਂ। ਤੇ ਇਸ ਵਾਸਤੇ ਆਪਣੀ ਮਰਜ਼ੀ ਦੇ ਹਿਸਾਬ ਨਾਲ ਜੀਵਨ ਨਾ ਜੀ ਤੂੰ, ਇਹ ਨਾ ਸਮਝ ਕਿ ਤੂੰ ਕਰਨ ਕਰਾਉਣ ਵਾਲਾ ਹੈ। ਮੈਂ ਛੋੜ ਦੇ ਆਪਣੀ, ਜੇ ਇਹ ਨਾ ਸਮਝ ਕਿ ਮੈਂ ਕਰ ਰਿਹਾ ਜਾਂ ਮੈਂ ਪੈਸੇ ਕਮਾ ਰਿਹਾ ਜਾਂ ਮੈਂ ਕੀਰਤਨ ਦੀ ਕਲਾਸ ਸਿਖਾ ਰਿਹਾ ਜਾਂ ਵਟਐਵਰ, ਤੂੰ ਕਰਨ ਕਰਾਉਣ ਵਾਲਾ ਨਹੀਂ ਹੈ, ਕਰਨ ਕਰਾਉਣ ਵਾਲਾ ਕੋਈ ਹੋਰ ਹੈ। ਆਪਣੇ ਉਸ ਵੱਡੇ ਸਿਸਟਮ ਦੇ ਵਿੱਚ ਆਪਣੇ ਆਪ ਨੂੰ ਦੁੱਖ ਜਿਹਾ ਵੇਖੇ ਤੇ ਵੇਖ ਵਾਲੀ ਅਵਸਥਾ ਬਣਾ ਆਪਣੇ ਅੰਦਰ।
ਇਹ ਦੂਸਰੇ ਪੌੜੀ ਦਾ ਭਾਵ ਸੀ। ਹਾਂਜੀ, ਮੈਂ ਜਸਟ ਸਮਰਾਈਜ਼ ਕਰਦਾ ਪਿਆ ਜਦ ਤੱਕ ਡਿਸਕਸ਼ਨ ਜੋ ਹੋ ਚੁੱਕੀ ਹੈ। ਤੀਸਰੀ ਪੌੜੀ ਦਾ ਭਾਵ ਉਸੇ ਕਣੀ ਵਿੱਚ ਚੱਲਦਾ ਹੈ ਕਿ ਬਿਲਕੁਲ, ਕਿਉਂਕਿ ਜਪਜੀ ਬਾਣੀ ਪੌੜੀਆਂ ਵਿੱਚ ਲਿਖੀ ਹੋਈ ਹੈ ਤੇ ਵਾਕਈ ਹੀ ਸਟੈਪਸ ਹਨ ਸਾਰੇ, ਔਰ ਇਹ ਸਾਰੇ ਦੇ ਸਾਰੇ 38 ਸਟੈਪ ਪ੍ਰਮਾਤਮਾ ਤੱਕ ਲੈ ਕੇ ਜਾਂਦੇ ਆ, ਜਿਹਦੇ ਐਂਡ ਹੁੰਦਾ ਹੈ ਜਿੱਥੇ ਕਿ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਰ। ਐਂਡਿੰਗ ਉੱਥੇ ਹੋਣੀ ਹੈ, ਕਿਉਂਕਿ ਲੈ ਕੇ ਤੇ ਜਾਣਾ ਤੁਹਾਨੂੰ ਸੱਚਖੰਡ ਤੱਕ ਉਹਨਾਂ ਨੇ ਉੱਤੇ। ਜਪਜੀ ਬਾਣੀ ਦਾ ਗੋਲ ਇਹੀ ਹੈ। ਲੇਕਿਨ ਹੁਣ ਅਗਲਾ ਸਟੈਪ ਜਿਹੜਾ ਦੱਸਣਗੇ, ਅਗਲਾ ਸਟੈਪ ਇਹ ਹੈ, ਪਹਿਲਾ ਆਪਣੇ ਜੀਵਨ ਨੂੰ ਪ੍ਰਤੀਕੂਲ ਕਰੋ, ਅਨੁਕੂਲ ਕਰੋ, ਪ੍ਰਤੀਕੂਲ ਨਾ ਚਲੋ, ਤੇ ਉਸ ਹੁਕਮ ਦੀ ਮਰਜ਼ੀ ਨੂੰ ਸਮਝੋ, ਉਹਦੀ ਮਰਜ਼ੀ ਦੇ ਹਿਸਾਬ ਨਾਲ ਆਪਣੇ ਜੀਵਨ ਨੂੰ ਢਾਲੋ, ਨੰਬਰ 1। ਤੇ ਨੰਬਰ 2, ਹਉਮੈ ਦੀ ਬੁੱਝ ਹੋਵੇ ਤੁਹਾਨੂੰ, ਆਪਣੇ ਹਉ ਵਿੱਚ ਨਾ ਰਹੋ, ਆਪਣੇ ਆਪ ਨੂੰ ਇੱਕ ਕੂੜ ਦੀ ਪਾਲ ਵਿੱਚ ਇਮੈਜਿਨਰੀ ਵਾਲਸ ਡਰਾ ਕਰਕੇ ਉੱਥੇ ਤੇ ਉਹਦੇ ਵਿੱਚ ਨਾ ਬੈਠੇ ਰਹੋ, ਆਪਣੇ ਆਪ ਨੂੰ ਉਸ ਵੱਡੇ ਹੁਕਮ ਦੇ ਦਾਇਰੇ ਵਿੱਚ ਸਮਝੋ। ਤੇ ਹੁਣ ਕਹਿੰਦੇ ਹਨ, ਹੁਣ ਕੁਐਸਚਨ ਇਹ ਹੁੰਦਾ ਕਿ ਹੁਕਮ ਬਾਰੇ ਤੇ ਬੜਾ ਕੁਝ ਕਹਿ ਚੁੱਕੇ ਹੋ, ਤੇ ਹੁਣ ਦੱਸੋ ਹੁਕਮੀ ਕੌਣ ਹੈ? ਹੁਕਮ ਤਾਂ ਸਮਝ ਆ ਗਈ ਹੈ ਕਿ ਹੁਕਮ ਨਹੀਂ ਕਿਹਾ ਜਾ ਸਕਦਾ ਉਹਦਾ, ਕਿ ਹੁਕਮੀ ਦੀ ਡੈਫੀਨੇਸ਼ਨ ਦੇ ਸਕਦੇ ਹੋ? ਤੇ ਹੁਕਮ ਤੇ ਹੁਕਮੀ ਕੌਣ ਹੈ? ਹੁਕਮ, ਉਹਦਾ ਹੁਕਮ ਤੇ ਹੁਕਮੀ, ਹੁਕਮ ਦੇਣ ਵਾਲਾ, ਕਰਨ ਵਾਲਾ, ਜਿਹੜਾ ਕਰ ਰਿਹਾ ਹੈ ਕੰਮ। ਤੇ ਹੁਕਮੀ ਕੌਣ ਹੈ ਉਹ? ਤੇ ਕੌਣ ਹੈ ਹੁਕਮੀ, ਤੇ ਉਸ ਨੂੰ ਕਿਤਨੀ ਕੋ ਸਾਡੀ ਜਾਣ ਪਛਾਣ ਹੈ? ਅਸੀਂ ਜਾਣ ਸਕਦੇ ਹਾਂ ਉਸ ਹੁਕਮੀ ਨੂੰ? ਜੇ ਹੁਕਮੀ ਨੂੰ ਜਾਣ ਵੀ ਲਈਏ, ਕਿਧਰੇ ਇਹ ਤੇ ਨਹੀਂ ਜਾਣ ਲਈਏ ਕਿ ਹੁਕਮ ਦੇਣ ਵਾਲਾ ਦੁੱਖ ਸੁੱਖ ਹੈ। ਮੈਂ ਇਹ ਪੌੜੀ ਜ਼ਿਆਦਾ abstract ਹੈ, number 3, than the first 2 ਪੌੜੀਜ਼, and I have always have difficulty in explaining ਇਸ ਗੱਲ ਨੂੰ ਜ਼ਰਾ ਬਾਰੀਕੀ ਨਾਲ ਸਮਝੋ। ਇਸ ਗੱਲ ਨੂੰ, ਹੁਕਮ ਦੁੱਖ ਸੁੱਖ ਦੇਣ ਵਾਲਾ ਹੈ, ਹੁਕਮ ਮਰਨ ਤੇ ਜੀਵਨ ਵਿੱਚ ਹੈ। ਹੁਕਮ ਨਾਲ ਬੰਦਾ ਆਂਦਾ ਹੈ ਤੇ ਚਲਾ ਜਾਂਦਾ ਹੈ, ਹੁਕਮ ਨਾਲ ਦੁੱਖ ਸੁੱਖ ਆਂਦੇ ਹਨ, ਹੁਕਮ ਨਾਲ ਕੋਈ ਵੱਡਾ ਤੇ ਛੋਟਾ ਹੁੰਦਾ ਹੈ, ਹੁਕਮ ਨਾਲ ਕਿਸੇ ਨੂੰ ਵਡਿਆਈ ਮਿਲਦੀ ਹੈ, ਹਾਂਜੀ, ਹੁਕਮ ਨਾਲ ਕਿਸੇ ਦੀ ਤਿਰਸਕਾਰ ਵੀ ਹੁੰਦਾ ਕਿਸੇ ਦਾ। ਪਰ ਇਹ ਯਾਦ ਰੱਖਿਓ, ਇਸ ਪੌੜੀ ਦਾ ਜਿਹੜਾ ਕ੍ਰਕਸ ਜਿਹੜਾ ਹੈ ਉਹ ਇਹ ਹੈ, which is little difficult to grasp, ਕਿ ਹੁਕਮ ਆਪ ਇਹਨਾਂ ਚੀਜ਼ਾਂ ਵਿੱਚ ਨਹੀਂ ਹੈ। ਇਹ ਗੱਲ ਇੰਪੋਰਟੈਂਟ ਹੈ ਬਹੁਤ ਸਮਝਣੀ। ਹੁਕਮ ਦੁੱਖ ਸੁੱਖ ਦੇਣ ਵਾਲਾ ਹੈ, ਲੇਕਿਨ ਹੁਕਮੀ ਆਪ ਦੁੱਖ ਸੁੱਖ ਵਿੱਚ ਨਹੀਂ ਹੈ। ਇਹ ਗੱਲ ਯਾਦ ਰੱਖਣਾ। ਹੁਕਮ ਜਿਹੜਾ ਹੈ ਉਹ ਜਨਮ ਮਰਨ ਦੇਣ ਵਾਲਾ ਹੈ, ਮਰਨ ਵੀ ਹੈ ਤੇ ਜਨਮ ਵੀ ਹੈ ਉੱਥੇ, ਹਾਂਜੀ, ਕਿਉਂਕਿ ਆਂਦਾ ਹੈ ਬੰਦਾ ਜਾਂਦਾ ਹੈ। ਹੋਣ ਵਾਲਾ ਬੰਦੇ ਵੀ ਤਾਂ ਮਹਿਸੂਸ ਹੁੰਦਾ ਕਿ ਮੈਂ ਆਇਆ ਤੇ ਮੈਂ ਗਿਆ, ਲੇਕਿਨ ਜੇ ਗਿਆ ਆਇਆ ਤੇ ਕੋਈ ਵੀ ਨਹੀਂ, ਪਰ ਫਿਰ ਵੀ ਸਰੀਰ ਟੁੱਟਦੇ ਹਨ ਤੇ ਨਵੇਂ ਸਰੀਰ ਪੈਦਾ ਹੁੰਦੇ ਹਨ। ਲੇਕਿਨ ਹੁਕਮੀ ਆਪ ਇਹਨਾਂ ਚੀਜ਼ਾਂ 'ਚ ਨਹੀਂ ਹੈ। ਸੋ ਇਸ ਗੱਲ ਦੀ ਬੋਧ ਕਰਾਉਂਦੇ ਹਨ ਪੌੜੀ ਨੰਬਰ 3 ਦੇ ਵਿੱਚ, ਕਿ ਹੁਕਮੀ ਦੇ ਉੱਤੇ ਇਹ ਰੂਲ ਲਾਗੂ ਨਹੀਂ ਹੁੰਦੇ। ਹੁਕਮ ਦੁੱਖ ਸੁੱਖ ਦਿੰਦਾ ਹੈ, ਲੇਕਿਨ ਹੁਕਮੀ ਦੇ ਉੱਤੇ ਇਹ ਰੂਲ ਲਾਗੂ ਨਹੀਂ ਹੁੰਦੇ। ਹੁਕਮੀ ਆਪ ਹਮੇਸ਼ਾ ਬੇਪਰਵਾਹ ਰਿਹਾ ਹੈ। ਉਹਦੇ ਉੱਤੇ ਉਹ ਉੱਥੇ ਇੱਕ what's the right word to use, ਭਾਈ ਸਾਹਿਬ, ਭਾਈ ਵੀਰ ਸਿੰਘ ਜੀ ਨਿਰਲੇਪ ਵਰਡ ਯੂਜ਼ ਕਰਦੇ ਹਨ। ਉਹ ਨਿਰਲੇਪ ਹੈ, ਮਨੇ ਛੂ ਕੇ ਵੀ ਨਹੀਂ ਛੂੰਦਾ ਉੱਥੇ, ਹਾਂਜੀ। ਸੋ ਇਸ ਬੈਕਗ੍ਰਾਉਂਡ ਦੇ ਥੱਲੇ, ਇਸ ਵੱਡੀ ਥਿੰਕਿੰਗ ਦੇ ਥੱਲੇ ਪੌੜੀ ਨੰਬਰ 3 ਦੀ ਫੋਕਸ ਜਿਹੜਾ ਚੱਲੇਗਾ, ਕਿ ਹੁਕਮ ਕਰਨ ਕਰਾਉਣ ਵਾਲਾ ਹੈ, ਤੇ ਹੇ ਦਾਤਾ, ਹੇ ਗੁਰੂ ਨਾਨਕ, ਤੁਸੀਂ ਦੱਸੋ ਕਿ ਹੁਕਮੀ ਨੂੰ ਜਾਣਿਆ ਜਾ ਸਕਦਾ ਹੈ? ਮਹਾਰਾਜ ਕਹਿੰਦੇ ਨੇ ਹੁਕਮੀ ਨੂੰ ਵੀ ਕੋਈ ਜਾਣ ਨਹੀਂ ਸਕਦਾ। ਹਾਂ, ਇਹ ਹੈ ਕਿ ਹੁਕਮੀ ਦੇ ਕਈ ਪਹਿਲੂ ਇਹੋ ਜਿਹੇ ਹਨ ਕਿ ਬੰਦਾ ਉਹਨਾਂ ਪਹਿਲੂਆਂ ਨੂੰ ਦੇਖ ਕੇ ਹੁਕਮੀ ਨੂੰ ਯਾਦ ਕਰਦਾ ਹੈ। ਵਰਡ ਇੱਥੇ ਗਾਵੇ ਆਇਆ ਹੈ, ਵਰਡ ਹੈ ਨਾ, ਯਾਦ ਕਰਨ ਵਾਸਤੇ। ਗਾਵਣਾ ਮੋਰ ਦੈਨ ਬੜੇ ਆਥਰਸ ਨੂੰ, ਡਿਫਰੈਂਟ ਆਥਰਸ ਨੂੰ ਪੜ੍ਹਿਆ ਹੈ, more than 4300 times, 1430 ਪੇਜਾਂ ਵਿੱਚ 4000 ਤੋਂ ਉੱਤੀ ਵਾਰੀ ਵਰਡ ਗਾਵਣਾ ਵਰਡ ਆਇਆ ਹੈ। ਉਹਨੇ ਗਾਵੇ ਦੇ ਡਿਫਰੈਂਟ ਫਾਰਮਸ ਆਏ ਹਨ, ਗਾਵੇ, ਗਾਵੋ, ਗਾਵਣਾ, ਗਾਵੇ, ਬੜੇ ਡਿਫਰੈਂਟ ਫਾਰਮ ਆਫ ਗਾਵਣੇ ਦੇ ਫੋਕਸ ਕਰਕੇ 4000 ਪਲੱਸ, ਕਈ 4300 ਵੀ ਲਿਖਿਆ ਕਿੰਨਾ ਨੇ, ਡਿਫਰੈਂਟ ਡਿਪੈਂਡਸ on ਤੁਸੀਂ ਕਿਹੋ ਜਿਹੇ ਵਰਡ ਐਡ ਕਰਦੇ ਹੋ। ਸੋ ਗਾਵਣੇ ਵਿੱਚ ਤੇ ਯਾਦ ਕਰਨੇ ਵਿੱਚ ਫਰਕ ਇਹ ਹੈ ਕਿ ਜਦੋਂ ਬੰਦਾ ਗਾਉਂਦਾ ਹੈ ਤੇ ਉਹ ਫਿਰ ਗਾਣ ਦੇ ਵਿੱਚ ਇੱਕ
ਫੀਲਿੰਗਸ ਹਨ ਗਾਣ ਵਿੱਚ, ਇੱਕ ਪਿਆਰ ਹੈ ਗਾਣ ਵਿੱਚ। ਜਦੋਂ ਗਾਉਂਦਾ ਹੈ ਤੇ ਉਸ ਗਾਣ ਦੇ ਵਿੱਚ ਇੱਕ ਇਮੋਸ਼ਨ ਹੈ, ਉਹ ਇਮੋਸ਼ਨ ਜਿਹੜੀਆਂ ਉਸਾਂ 31 ਰਾਗਾਂ ਵਿੱਚ ਗੋਬਿੰਦਮ ਪਿਤਾ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਉਹਨਾਂ 31 ਜਿਹੜੀਆਂ ਇਮੋਸ਼ਨ ਜਿਹੜੀਆਂ ਦਰਜ ਕੀਤੀਆਂ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਉਹ ਜਦੋਂ ਕੀਰਤਨ ਬੰਦਾ ਕਰਦਾ ਹੈ ਉਹਨਾਂ ਰਾਗਾਂ ਵਿੱਚ ਤੇ ਉਹਨਾਂ ਉਹ ਇਮੋਸ਼ਨ ਫਿਰ ਉਮੜ ਕੇ ਤੁਹਾਡੇ ਅੰਦਰ ਆਉਂਦੀਆਂ ਹਨ ਸਾਰੀਆਂ। ਤੇ ਸਾਰੀਆਂ ਇਮੋਸ਼ਨ ਪ੍ਰਮਾਤਮਾ ਤੱਕ ਲੈ ਜਾਣ ਵਾਲੀਆਂ ਸਾਰੀਆਂ। ਕਈਆਂ 'ਚ ਇਮੋਸ਼ਨ ਹੈ ਖੁਸ਼ੀ ਤੇ ਖੇੜੇ ਦੀ ਬਿਲਾਵਲ ਵਰਗੀ, ਕਈਆਂ 'ਚ ਹੈ ਬੜੀ ਆਪਟੀਮਿਸਟਿਕ ਆਸਾ ਵਰਗੀ, ਕਈਆਂ ਵਿੱਚ ਬੜਾ ਭਗਤੀ ਰਸ ਹੈ ਬੜਾ ਜਿਸ ਤਰ੍ਹਾਂ ਧਨਾਸਰੀ ਦਾ ਹੈ, ਕਈਆਂ ਵਿੱਚ ਬੜਾ ਇੱਕ ਡਿਵੋਸ਼ਨਲ ਐਸਪੈਕਟ ਹੈ ਜਿਸ ਤਰ੍ਹਾਂ ਕਲਿਆਣ ਦਾ ਹੈ, ਕਈਆਂ ਵਿੱਚ ਇੱਕ ਬੜਾ ਇੱਕ ਸਾਂਬਰ ਜਿਹਾ ਇੱਕ ਵਿਛੋੜੇ ਵਾਲਾ ਇੱਕ ਕੋਈ ਸੈਪਰੇਸ਼ਨ ਵਾਲਾ ਹੈ, ਸੈਪਰੇਸ਼ਨ ਦੀ ਦੁੱਖ ਦੇਣ ਵਾਲਾ ਐਸਪੈਕਟ ਹੈ ਜਿਸ ਤਰ੍ਹਾਂ ਸ਼੍ਰੀ ਤੇ ਗੋੜੀ ਦਾ ਹੈ। ਤੇ ਇਹ ਜਿਹੜੀਆਂ ਅਲੱਗ ਇਮੋਸ਼ਨ ਨਾਲ ਬੰਦਾ ਜਦੋਂ ਗਾਉਂਦਾ ਹੈ ਬਾਣੀ ਨੂੰ ਤਾਂ ਉਹ ਗਾਵਣੇ ਵਿੱਚ ਇੱਕ ਸੁੱਖ ਹੈ ਜਿਹੜਾ ਉਹ ਪ੍ਰਤੀਤ ਹੁੰਦਾ ਹੈ। we'll talk more about that ਜਿਹੜੀਆਂ ਅਗਲੀਆਂ ਪੌੜੀਆਂ ਵਿੱਚ ਜਦੋਂ ਇਹ ਵਰਡ ਆਣਗੇ ਜਦੋਂ। ਪਰ ਇੱਥੇ ਵਰਡ ਇਸ ਪੌੜੀ ਵਿੱਚ ਗਾਵੇ ਤੋਂ ਸ਼ਬਦ ਕੀਤਾ ਨੇ ਤੇ ਗਾਵੇ ਦੇ ਦੁਲਾਵਾਂ ਹਨ ਅੱਗੇ ਗਾਵੇ ਕੋ ਮਤਲਬ ਕਿ ਥਰਡ ਪਰਸਨ ਕੋਈ ਗਾਉਂਦੇ ਹਨ, ਕੋਈ ਤੁਸੀਂ ਨਹੀਂ ਗਾ ਰਹੇ ਜਾਂ ਮੈਂ ਨਹੀਂ ਗਾ ਰਿਹਾ ਪਰ ਹੋਰ ਕੋਈ ਗਾ ਰਿਹਾ ਹੈ। ਅਗਰ ਮੈਂ ਕਹਾਂ ਤੇ ਪੰਜਾਬੀ ਚ ਕਹਾਂ ਤੇ ਅਗਰ ਫਸਟ ਪਰਸਨ ਸੈਕੰਡ ਪਰਸਨ ਤੇ ਥਰਡ ਪਰਸਨ ਮਨੇ अन्य ਪੁਰਸ਼ ਵਿੱਚ ਹੈ ਹਾਂਜੀ, उत्तम पुरुष विच नहीं है। अन्य पुरुष मने जेड़े होर गा रहे, मैं नहीं गा रहा, कोई होर गांदा पे गावे कोई मने कोई दूसरा कोई गा रहे गा। महाराज कहते हैं कि देखो उस हुक्मी दी अवस्था नूं पहचानिया नहीं जा सकता जिस तरह हुक्म अकथ है हुक्मी भी अकथ है, पर तां भी हुक्मी नूं बंदे याद करते हैं, हुक्मी नूं फिर भी हुक्मी नूं बंदे भुलदे नहीं, हुक्मी नूं याद करने वाले बड़े बैठे हैं बड़े, पर क्यों याद करते हैं उहदे रीजन है याद करने दे उहदे जी। कई याद करते हैं इस वास्ते कि एक दिन मर जाना है यार, याद कर लो अगे जाके पता नहीं की होगा मेरा जी। कई याद करते हैं कि यार बड़ियां जे याद करना बंद कर देता तो चीज़ां मिलनियां ना बंद हो जान किधरे, है ना। ये सब चीज़ां जिहड़ियां मिलियां पैसे आंदे पे है ना। तो कई बंदे हुण लक्ष्मी दी पूजा करते हैं ना, हिंदुइज्म विच बड़ा कॉमन है, सनातनी धर्म विच लक्ष्मी दी पूजा करनी क्यों, जे ना कीती तो चली ना जाए किधरे, नाराज ना हो जाए किधरे, है ना। परमात्मा नूं याद नहीं करते पे उहदी खुशी लियाउण वास्ते नहीं है काम, पर यह है कि उहदियां दातां किधरे चलियां ना जाण किधरे। सो इस वास्ते लेट मी मेक श्योर कि आए उस दात विचों क्योंकि दात देनी बंद ना हो जाए, उस दात विचों परमात्मा नूं याद करने की कोशिश करते हैं कई। ते कई मेरे वर्गे हैं किताबां पढ़न वाले ज्यादा अपने आप नूं सियाणा समझण वाले है जी, ਉਹ ਵਿਦਿਆ ਦੇ ਥਰੂ ਪ੍ਰਾਪਤੀ ਕਰਨ। ਕਈ ਪੜ੍ਹੇ ਹੈ ਨਹੀਂ ਉਹ ਜੇ ਪੰਡਤ ਹੋਣਗੇ ਬੜੇ ਕਿ ਅਸੀਂ ਬੜੇ ਪੜ੍ਹੇ, ਉਹ ਫਿਰ ਕਿਤਾਬਾਂ ਵਿੱਚੋਂ ਕਿਤਾਬਾਂ ਦੇ ਉਹਨਾਂ ਵਿਖਮ ਵਿਚਾਰ ਵਿੱਚੋਂ ਪ੍ਰਮਾਤਮਾ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਨ। ਕਈ ਤਰੀਕੇ ਆਪਣੇ ਹਨ, ਜਾਣ ਕੋਈ ਨਹੀਂ ਸਕਦਾ ਉਸ ਹੁਕਮੀ ਨੂੰ, ਹਾਂ ਉਸ ਹੁਕਮੀ ਨੂੰ ਯਾਦ ਜ਼ਰੂਰ ਕਰਦੇ ਹਨ ਆਪਣੇ ਰੀਜ਼ਨ ਪਿੱਛੇ। ਕੋਈ ਕਿਸ ਰੀਜ਼ਨ ਪਿੱਛੇ ਯਾਦ ਕਰਦਾ ਹੈ, ਕੋਈ ਕਿਸ ਰੀਜ਼ਨ 'ਚ ਯਾਦ ਕਰਦਾ ਹੈ। सो इस पौड़ी का जिहड़ा फोकस है, इस पौड़ी का फोकस है कि हुक्मी कौन है ते हुक्मी नूं याद कौन करते हैं, कि याद करन नाल हुक्मी दे सारे एंगल समझ आ जाते हैं ते हुक्मी इन्हां बंधन विच है आपे। ठीक है हुक्मी दे थ्रू दुख सुख मिलते हैं, हुक्मी दे थ्रू हुक्म दे थ्रू बंदा आंदा है ते जांदा है, हुक्मी दे थ्रू फिर जी लैंदा है, हुक्मी दे थ्रू दाता मिलदियां हैं, हुक्मी दे थ्रू एजुकेशन ते कॉग्निटिव एबिलिटी उथों आंदी है। पर इहदा मतलब की होया कि इहदा मतलब ये होया कि हुक्मी भी इन्हां दायरियां दे अंदर विच है। महाराज उस गल दी भी क्लैरिटी बिल्कुल लास्ट लाइन च कर दिंदे हन कि ਇਹ ना समझो मूर्ख किधरे कि वो आप इस दायरे विच है, वो आप किसी दुख सुख विच है। वही गल दसदे हां, इस पौड़ी दा साधन पक्ष बहुत औखा है। इस पौड़ी दा साधन पक्ष जिहड़ा है, साधन पक्ष मने साधना दे पक्ष तो विचों अगर ये पौड़ी नूं एग्जामिन करोगे नंबर 3 नूं ते पौड़ी दे साधन पक्ष तो देखोगे ते हुण भी गुरु का सिख या सिखणी या किसी भी धर्म दा होवे, क्योंकि जपजी बाणी विच किसी धर्म दे उत्ते नहीं लिखी हुई। अज उन्होंने मेक इट ना है कि कोई समझे कि सिख वास्ते लिखी गई है, चाहे मुसलमान भी होवे तो उहदे उत्ते भी उतना ही लागू होएगी। डजंट मैटर वेयर यू बिलोंग दो। एक गल मैं ध्यान नाल तुहानूं कह दियां, मैं एक गल
कि गुरु का सिख जे इस अवस्था च कोई पहुंच जाता ना कोई, ते वो भी दुख सुख की अवस्था तो ऊपर है, वो भी जन्म मरण की अवस्था तो ऊपर है, वो भी दात की अवस्था तो ऊपर है, वो बेपरवाह है, वो इन्हां दायरियां विच नहीं है, वो उस लेवल तक महाराज इस गल का ज्ञात देंदे हैं इस पौड़ी विच. So let me read out the podi first though, and then we will start. I just want to build a background here of understanding this little abstract and complex podi, as to what's going on here. So it number 3 है जी पौड़ी है. सारे रोज पढ़ दियो तुसी, फिर मैं पावी तामी पढ़ के सुना देना तुहानू मैं सारी. वीर जी, हाँ जी हो. I'm sorry to interrupt. Before we go on to the Pori 3, I did have a quick question regarding Pori 2. ਜਿਹਦਾ ਅਸੀਂ ਡਿਸਕਸ਼ਨ ਯੂ ਆਰ ਰਿਫਰਿੰਗ ਟੂ ਦੈਟ ਕਿ ਜਿਸ ਤਰ੍ਹਾਂ ਹਉਮੈ ਨੂੰ ਬੁੱਝਣ ਦੀ ਗੱਲ ਹੈਗੀ ਪੌੜੀ ਨੰਬਰ 2 ਦੇ ਵਿੱਚ, ਦੈਟਸ ਵਨ ਆਫ ਦ ਥਿੰਗਸ ਦੈਟ ਯੂ ਮੈਂਸ਼ਨਡ, ਤੇ ਨਾਲ ਨਾਲ ਬਟ ਦੈਟ ਇਜ਼ ਇਨ ਅ ਇਨਡਾਇਰੈਕਟ ਵੇ. ਜਿਹੜੀ ਡਾਇਰੈਕਟ ਗੱਲ ਸੀਗੀ ਕਿ ਨਾਨਕ ਹੁਕਮੈ ਜੋ ਬੁਝੈ, ਸੋ ਹੁਕਮ ਨੂੰ ਬੁੱਝਣ ਦੀ ਗੱਲ ਹੈਗੀ ਤੇ ਨਾਲ ਨਾਲ ਹਉਮੈ ਨੂੰ ਵੀ ਬੁੱਝਣ ਦੀ ਗੱਲ ਹੈਗੀ. ਸੋ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈਗਾ, ਐਂਡ ਪਲੀਜ਼ ਕਰੈਕਟ ਮੀ ਇਫ ਆਈ ਐਮ ਰੋਂਗ, ਕਿ ਜਿਹੜਾ ਹੁਕਮੇ ਜਿਹੜਾ ਸ਼ਬਦ ਹੈਗਾ, it's a sandhi between hukam and मैं. जिस तरह home is also a sandhi between ho and मैं, similarly hukme is a combination of hukme is a combination of hukam and मैं. And to me it feels like that's referring to a personal hukam, like for an individual, because for an individual to understand the entire hukam is impossible, क्योंकि उसका कोई अंत नहीं पाया जा सकता. लेकिन ਜਿਹੜਾ ਇੰਡੀਵਿਜੂਅਲ ਸਰਕਮਸਟੈਂਸ ਹੈ, ਇੰਡੀਵਿਜੂਅਲ ਧਰਮ ਹੈ, ਇੰਡੀਵਿਜੂਅਲ ਰੋਲਸ, ਰਿਸਪੌਂਸਿਬਿਲਿਟੀਜ਼, ਡਿਊਟੀਜ਼ ਹਨ, ਉਸ ਦੇ ਰਿਲੇਟਡ ਕੀ ਹੁਕਮ ਕਹਿ ਰਿਹਾ ਹੈਗਾ. Perhaps it's possible to understand that. So the feeling that I get is ਕਿ ਜਦੋਂ ਕਹਿੰਦੇ ਨਾਨਕ ਹੁਕਮੈ ਜੈ ਬੁਝੈ, so it is referring to the hukam that is applicable to the individual. And so I'm just curious ਕਿ ਅਗਰ ਉਸ ਟੌਪਿਕ ਉੱਤੇ ਅਗਰ ਹੋਰ ਖੁਲਾਸਾ ਹੈਗਾ ਗੁਰਬਾਣੀ ਵਿੱਚ ਜਾਂ ਕਿਸੇ ਹੋਰ ਆਥਰਸ ਨੇ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਹੋਵੇ ਤੇ. ਨਹੀਂ, ਇਸ ਤਰ੍ਹਾਂ ਦੀ ਗੱਲ ਕਿਸੇ ਹੋਰ ਨੇ ਨਹੀਂ ਕੀਤੀ. ਨਾਲੇ ਇਹ ਵਾਲੀ ਵਿਊ ਪੁਆਇੰਟ ਜਿਹੜਾ ਤੁਸੀਂ ਦਿੱਤਾ ਹੁਣੇ, ਮੇਬੀ ਇਜ਼ ਰਾਈਟ. ਦੇਖੋ ਜੀ, ਮੈਂ ਪਹਿਲੇ ਵੀ ਕਿਹਾ ਹੋਇਆ ਕਿ ਮੈਂ ਆਪਣੀ ਵਿਊ ਪੁਆਇੰਟ ਕਦੀ ਨਹੀਂ ਦਿੰਦਾ. ਮੈਂ ਜੋ ਪੜਿਆ ਵੱਡਿਆਂ ਕੋਲ ਉਹ ਤੁਹਾਨੂੰ ਸੁਣਾਉਂਦਾ. ਸੋ ਕਿਸੇ ਨੇ ਇਸ ਤਰ੍ਹਾਂ ਲਿਖਿਆ ਨਹੀਂ ਵੀਰ ਜੀ, ਬਟ ਆਈ ਡੋਂਟ ਨੋ, ਮੇਬੀ ਯੂ ਆਰ ਰਾਈਟ, ਬਟ ਆਈ ਜਸਟ ਰੈਡ ਯੂ, I just explained you the way it has been explained to me by whatever I have read, but you could be right. Bani atha hai, bani de koi but hukme de kisi ne eh matlab nahi kita ki hukam te meh di sandhi da main kadi nahi dekhya na. हालांकि गुरबाणी ग्रामर तो मैं बहुत जानू हाँ, मैं आप मतलब काफी पढ़े हुए हैं गुरबाणी ग्रामर दे उत्ते, स्टडी बड़ी की है मैं, पर किसी ने हुक्मे दे संधि विकेज भी ਇਹ ਨਹੀਂ ਕੀਤਾ ਤੇ ਹੁਕਮ ਤੇ ਮੈਂ ਉੱਤੇ ਹੁਕਮੈ ਦੇ ਉੱਤੇ ਜਿਹੜੀਆਂ ਦੁਲਾਵਾਂ ਜਿਹੜੀਆਂ ਲਗਾਈਆਂ ਗਈਆਂ ਹਨ, ਉਹ ਹੁਕਮੈ ਦੇ ਹੁਕਮ ਦੇ ਅੰਦਰੋਂ ਇਹ ਹੁਕਮ ਦੁਆਰਾ ਹੈ ਵਰਡ ਉੱਥੇ ਮੈਂ ਦੇ ਵਰਡ ਉੱਥੇ ਮੈਂ ਆਪ ਨਹੀਂ ਹੈ. that's not how I understand it, but you could be right, but let me continue with the thought process of but gist of the matter, ਜਿਸ ਤਰ੍ਹਾਂ ਮਰਜ਼ੀ ਲਾ ਲਓ, gist of the matter ਪੌੜੀ ਨੰਬਰ 2 ਦਾ ਇਹ ਹੈ ਕਿ ਹੁਕਮ ਨੂੰ ਜਿਹੜਾ ਬੁਝਦਾ ਹੈ ਜਾਂ ਹਉਮੈ ਨੂੰ ਜਿਹੜਾ ਬੁਝਦਾ ਹੈ, ਉਸ ਨੂੰ ਹੁਕਮ ਦੀ ਸੋਝੀ ਆ ਜਾਂਦੀ ਹੈ ਕਿ ਕਰਨ ਕਰਾਉਣ ਵਾਲਾ ਪਰਮਾਤਮਾ ਹੈ, ਤੁਸੀਂ ਨਹੀਂ ਹੋ ਕਰਨ ਕਰਾਉਣ ਵਾਲੇ. ਤੇ ਸੋਝੀ ਇਹ ਹੈ ਕਿ ਜਿਹੜਾ ਕਰਨ ਕਰਾਉਣ ਵਾਲਾ ਹੈ ਉਹ ਕਰਨ ਕਰਾਉਣ ਵਾਲਾ ਹੈ, ਤੇ ਤੁਸੀਂ ਜਿਹੜੀ ਆਪਣੀ ਜਿਹੜੀਆਂ ਇਮੈਜਨਰੀ ਜਿਹੜੀਆਂ ਵਾਲਸ ਡਰਾ ਕੀਤੀਆਂ ਹੋਈਆਂ ਨੇ ਹਉਮੈ ਵਾਲੀਆਂ, ਜਿਹੜੀਆਂ ਤੁਸੀਂ ਸਮਝਦੇ ਹੋ ਕਿ ਮੈਂ ਕਰ ਰਿਹਾ ਹਾਂ, ਮੇਰੀ ਸੋਝੀ ਹੈ, ਮੇਰੀ ਸਮਝਣ ਦੀ ਤਾਕਤ ਹੈ, ਮੇਰੇ ਹਿਸਾਬ ਨਾਲ ਇਹ ਹੈ, ਇਹ ਹੋਣ ਦੀ ਸੋਚ ਹੈ. ਸੋ ਇਹ ਇਸ ਸੋਚ ਤੋਂ ਮਹਾਰਾਜ ਵਰਜਦੇ ਹਨ ਪੌੜੀ ਨੰਬਰ 2 ਵਿੱਚ. So let me start with podi number 3 now and start explaining, and then we'll see how this all comes about at the end though. So gaave ko, so pehle word gaave te chalenge sare. I'm going to read the first few lines though and give a gist of that, and then we'll go into it though. कि गावे को तान होवे किसै तान, गावे को दात जाने निशान, गावे को गुण वड्याइयां चार, गावे को विद्या विक्रम विचार.
गावे को सास तेरे तनखे, गावे को जी ले फिर दे, गावे को जापे दिसे दूर ते गावे को वेखे हादरा हदूर। ये पहला पार्ट है। सो गल इत्थे हुक्मी बारे हो रही है, गल कि उसनू जानना, जिस तरह हुक्म नू जानना औखा है, उसी तरह हुक्मी नू भी जानना औखा है। हाँ, ये गल जरूर है कि हुक्मी नू याद करते हैं लोग अपने किसी भी एस्पेक्ट तो जो उन्हां दी जरूरतां नू पूरा करता है। हाँ जी, ਜਿਹੜੀ ਜ਼ਰੂਰਤ ਜਿਹਦੀ ਉਹਦੀ ਪੂਰੀ ਹੋ ਜਾਵੇ ਤੇ ਉਸ ਹੁਕਮੀ ਦੇ ਉਸ ਐਸਪੈਕਟ ਨੂੰ, ਉਸ ਹੁਕਮੀ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ। ਹਾਂਜੀ, ਉਸ ਹੁਕਮੀ ਨੂੰ ਕੋਈ ਜਾਣ ਨਹੀਂ ਸਕਦਾ, ਉਸ ਹੁਕਮੀ ਨੂੰ ਪੂਰੀ ਤਰ੍ਹਾਂ ਕੋਈ ਸਮਝ ਨਹੀਂ ਸਕਦਾ ਉਸ ਨੂੰ। ਸੋ ਲੇਕਿਨ ਪਹਿਲੀ ਲਾਈਨ ਵਿੱਚ ਗੱਲ ਦੀ ਥੈਂਕ ਗॉड ਕਲੈਰਿਟੀ ਦਿੱਤੀ ਨੇ, ਔਰ ਇਹ ਕਲੈਰਿਟੀ ਜਿਹੜੀ ਹੈ ਇਹ ਜਿਸ ਦੀ ਹਉਮੈ ਦੀ ਪੂਰੀ ਨਿਵਰਤੀ ਹੋ ਗਈ ਹੋਵੇ ਉਹ ਇਹ ਹੀ ਲਾਈਨ ਲਿਖ ਸਕਦਾ ਹੈ ਕਿ ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਹਾਂਜੀ, ਕਹਿੰਦੇ ਕਿ ਇਹ ਤੇ ਠੀਕ ਹੈ ਕਿ ਉਸਦੇ ਗੁਣ ਕੋਈ ਗਾਉਂਦਾ ਹੈ, ਕਿਸੇ ਵੀ ਐਸਪੈਕਟ ਤੋਂ ਗਾਉਂਦਾ ਹੈ ਗੁਣ, ਪਰ ਗੁਣ ਵੀ ਉਹ ਹੀ ਗਾ ਸਕਦਾ ਹੈ ਕਿਸੇ ਵੀ ਐਸਪੈਕਟ ਤੋਂ ਜਦ ਤੱਕ ਉਹ ਅਲਾਉ ਨਾ ਕਰੇ ਉਹਦੇ ਗੁਣ ਗਾਣ। ਜੇ ਉਹਦੇ ਅੰਦਰ ਸਤਸੰਗਤ ਵਿੱਚ ਜਾ ਕੇ ਜਾਂ ਕਿਸੇ ਵੀ ਜਗ੍ਹਾ ਤੋਂ ਜਾ ਕੇ ਉਹ ਮੁਤਾਸਰ ਹੋਇਆ ਹੋਵੇ ਬੰਦਾ, ਤੇ ਉਹ ਪ੍ਰਮਾਤਮਾ ਉਹਨੂੰ ਸ਼ਕਤੀ ਦੇਵੇ ਉਸ ਗੁਣ ਗਾਣ ਦੀ, ਤਾਣ ਦੇਵੇ ਜਿਸਨੂੰ ਆਪਣਾ, ਉਸ ਤਾਣ ਦੀ ਵਜ੍ਹਾ ਨਾਲ ਹੀ ਉਹ ਗਾ ਸਕਦਾ ਹੈ। ਆਪਣੇ ਗੁਣ ਗਾਣ ਦੀ ਸਮਰੱਥਾ ਉਹਦੇ ਚ ਨਹੀਂ ਹੈ ਆਪਣੀ। ਇਸ ਗੱਲ ਦੀ ਪੁਸ਼ਟੀ ਪਹਿਲੀ ਲਾਈਨ ਚ ਕਰਾ ਦਿੰਦੇ ਆ ਕਿ ਤਾਂ ਹੀ ਗੁਣ ਕੋਈ ਗਾ ਸਕਦਾ ਹੈ, ਤਾਂ ਹੀ ਉਹਦੇ ਬਾਰੇ ਕੋਈ ਜਾਣ ਸਕਦਾ ਹੈ ਜੇ ਉਸਨੂੰ ਉਹ ਸੋਝੀ ਦੇਣਾ ਚਾਹਵੇ ਜਿਸਨੂੰ। ਖੁਦ ਦੀ ਸੋਝੀ ਨਹੀਂ ਹੈ ਤੇ ਖੁਦ ਦੀ ਆਪਣੀ ਮਰਜ਼ੀ ਦੀ ਜਾਂ ਆਪਣੀ ਤਾਕਤ ਦੀ। ਇਹ ਕਿਉਂ ਕਹਿੰਦੇ ਹਨ? ਇਹ ਉਸੇ ਹੋਮੇ ਦੇ ਅਗਲਾ ਚੈਪਟਰ ਜਿਹੜਾ ਹੈ, ਉਸੇ ਹੋਮੇ ਦੀ ਲਾਈਨ ਦੀ ਕੰਟੀਨਿਊਏਸ਼ਨ ਹੈ ਕਿ ਤਾਣ ਜਿਸਨੂੰ ਦਵੇ ਉਹ ਆਪ, ਜਿਸਨੂੰ ਜ਼ੋਰ ਦਵੇ ਉਹ ਆਪ, ਜਿਸ ਦੇ ਉੱਤੇ ਕਿਰਪਾ ਕਰੇ ਉਹ ਆਪ, ਤੇ ਉਸਨੂੰ ਫਿਰ ਉਸਨੂੰ ਸੋਝੀ ਮਿਲ ਜਾਂਦੀ ਉਸ ਦੀ ਜਾਣ ਨੂੰ, ਜੋ ਉਸ ਤੋਂ ਉਹਦੇ ਨੇੜੇ ਆਣ। ਤੇ ਹੁਣ ਜਿਹੜੀਆਂ ਗਾਵੇ ਦੀਆਂ ਅਗਲੀਆਂ ਜਿਹੜੀਆਂ ਪੌੜੀਆਂ ਆਣਗੀਆਂ, ਲਾਈਨਾਂ ਜਿਹੜੀਆਂ ਆਣਗੀਆਂ, ਉਹ ਡਿਫਰੈਂਟ ਐਸਪੈਕਟ ਉਸ ਹੁਕਮੀ ਦੇ ਡਿਸਕ੍ਰਾਈਬ ਕੀਤੇ ਹਨ। ਕੋ ਗਾਵੇ ਕੋ ਦਾਤ ਜਾਣੇ ਨਿਸ਼ਾਨ, ਦਾਤ ਮਨੇ ਜਿਹੜੀਆਂ ਚੀਜ਼ਾਂ ਤੁਹਾਨੂੰ ਮਿਲੀਆਂ ਹਨ, ਘਰ ਮਿਲੇ ਹਨ, ਪਰਿਵਾਰ ਮਿਲਿਆ ਹੈ, ਹਸਬੈਂਡ ਮਿਲਿਆ ਹੈ, ਵਾਈਫ ਮਿਲੇ ਹਨ, ਮਮ ਐਂਡ ਡੈਡ ਮਿਲੇ ਹਨ, ਇਹ ਜਿਹੜੀਆਂ ਚੀਜ਼ਾਂ ਦਿੱਤੀਆਂ ਹਨ ਪ੍ਰਮਾਤਮਾ ਨੇ, ਇਹ ਜਿਹੜੀਆਂ ਚੀਜ਼ਾਂ ਤੁਹਾਡੀ ਝੋਲੀ ਚ ਪਾਈਆਂ ਹਨ, ਜਿਹੜੀਆਂ ਦਾਤਾਂ ਦਿੱਤੀਆਂ ਹਨ, ਜਿਹੜੀਆਂ ਇਹਨਾਂ ਦਾਤਾਂ ਨੂੰ ਕਈ ਵਾਰੀ ਇਹਨਾਂ ਨੂੰ ਦੇਖ ਕੇ ਪ੍ਰਮਾਤਮਾ ਯਾਦ ਆਉਂਦਾ ਕਈਆਂ ਨੂੰ, which is nothing bad about that। ਜਾਂ ਇਹ ਕਹਿ ਲਓ ਕਿ ਤਾਂ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਕਿ ਇਹ ਦਾਤ ਦੇ ਪਿੱਛੇ, ਇਹ ਦਾਤ ਉਹਦੀ ਨਿਸ਼ਾਨ ਮੰਨਦਾ ਹੈ, ਉਹਦੀ ਚਿੰਨ੍ਹ ਮੰਨਦਾ ਹੈ ਉਹਦੀ। ਤੇ ਕਈ ਵਾਰੀ ਡਰ ਕੇ ਵੀ ਯਾਦ ਕਰ ਲੈਂਦਾ ਹੈ ਕਿ ਜੇ ਟੁੱਟ ਗਿਆ ਤੇ ਦਾਤਾਂ ਤੋਂ ਇਹ ਦਾਤ ਮਿਲਣੀ ਬੰਦ ਨਾ ਹੋ ਜਾਏ, ਇਹ ਦਾਤ ਨਾ ਮਿਲੇ ਬਾਅਦ ਵਿੱਚ, ਜਾਂ ਇਹਨਾਂ ਚੀਜ਼ਾਂ ਤੋਂ ਮੈਨੂੰ ਅਲੱਗ ਨਾ ਕਿਧਰੇ ਹੋ ਜਾਵਾਂ ਕਿਧਰੇ ਮੈਂ। ਸੋ ਕਈ ਵਾਰੀ ਦਾਤਾਂ ਵਿੱਚੋਂ ਪ੍ਰਮਾਤਮਾ ਯਾਦ ਆਉਂਦਾ ਹੈ, ਜਾਂ ਇਹ ਕਹਿ ਲਓ, ਅਗਰ ਇਹ ਵੀ ਕਹਿ ਸਕਦੇ ਹੋ ਕਿ ਦਾਤਾਂ ਦੀ ਵਜ੍ਹਾ ਨਾਲ ਪ੍ਰਮਾਤਮਾ ਯਾਦ ਆਉਂਦਾ ਹੈ ਕਈ ਵਾਰੀ। ਹਾਂਜੀ, ਕਈ ਵਾਰੀ ਉੱਥੋਂ ਉਸਦੀ ਯਾਦ ਜਿਹੜੀ ਹੈ ਪ੍ਰਗਟ ਹੋ ਜਾਂਦੀ ਹੈ ਕਈ ਵਾਰੀ, which is common, right? ਬੜੇ ਲੋਕ, ਬਹੁਤੇ ਲੋਕ ਇਹ ਜਿਹੇ ਹਨ ਜਿਹੜੇ ਕਿ ਗੁਰਦੁਆਰੇ ਜਾਂਦੇ ਹਨ ਤੇ ਜੋ ਚੀਜ਼ ਮੰਗਦੇ ਹਨ, ਕੋਈ ਚੀਜ਼ ਮੰਗਣ ਦੇ ਪਿੱਛੇ ਉਹਦਾ ਰੀਜ਼ਨ ਹੁੰਦਾ, ਕੋਈ ਬਿਮਾਰ ਹੋ ਗਿਆ ਠੀਕ ਕਰ ਦਿਓ, ਕੋਈ ਪੈਸੇ ਨਹੀਂ ਹਨ ਦੇ ਦਿਓ, ਨੌਕਰੀ ਚਲੀ ਗਈ ਹੈ ਦੇ ਦਿਓ, ਗ੍ਰੇਡ ਨਹੀਂ ਅੱਛੇ ਆ ਰਹੇ, ਮੈਂ ਕਾਲਜ ਅੱਛੀ ਐਡਮਿਸ਼ਨ ਮਿਲ ਜਾਏ, ਮੇਰੀ ਜੌਬ ਠੀਕ ਤਰ੍ਹਾਂ ਲੱਗ ਜਾਏ, ਮੇਰੇ ਪੁੱਤਰ ਦਾ ਵਿਆਹ ਠੀਕ ਤਰ੍ਹਾਂ ਹੋ ਜਾਏ, ਮੇਰੀ ਧੀ ਸੁਖੀ ਹੋ ਜਾਏ। ਮਤਲਬ ਕੋਈ ਵੀ ਕੋਈ ਵਾਂਟ ਹੁੰਦੀ ਹੈ ਪਿੱਛੇ, ਕੋਈ ਤਰੀਕਾ ਹੁੰਦਾ ਪਿੱਛੇ, ਹੈ ਨਾ। ਤੇ ਬਹੁਤਾ ਕਿਸੇ ਨਾਲ ਪਿਆਰ ਹੋਵੇ ਕਿਸੇ, ਦੇਖੋ ਜੀ, ਅਗਰ A ਔਰ B ਆਪਸ ਚ ਪਿਆਰ ਕਰਦੇ ਹਨ ਤੇ A ਔਰ B, A ਹਮੇਸ਼ਾ B ਕੋਲੋਂ ਕੋਈ ਲੈਣ ਦੀ ਕੋਸ਼ਿਸ਼ ਕਰੇ ਹਮੇਸ਼ਾ, ਹੈ ਨਾ, ਤੇ ਉਹ B ਹਮੇਸ਼ਾ ਦਿੰਦਾ ਹੀ ਜਾਵੇ, ਤਾਂ ਇੱਕ ਟਾਈਮ ਜੇ ਦੁਨਿਆਵੀ ਰਿਸ਼ਤਾ ਹੋਏਗਾ ਤੇ B ਨੇ ਇੱਕ ਦਿਨ ਕਹਿ ਦੇਣਾ A ਨੂੰ, ਯਾਰ ਬਸ ਹੋ ਗਈ ਹੁਣ, ਕਿੰਨੀ ਵਾਰੀ ਤੂੰ ਮੰਗੇਗਾ ਚੀਜ਼ਾਂ, ਯਾਰ ਮੈਨੇ ਕਿ ਤੇਰਾ ਪਿਆਰ ਕੀ ਮੇਰਾ ਇਸੀ ਵਾਸਤੇ ਹੈ, ਖਾਲੀ ਚੀਜ਼ਾਂ ਹੀ ਮੰਗਣ ਵਾਸਤੇ ਤੂੰ ਰਹਿ ਗਿਆ ਖਾਲੀ। ਜਦੋਂ ਆਉਂਦਾ ਬਸ ਦਿਮਾਗ ਤੇਰੇ ਹੋਰ ਗੱਲ ਨਹੀਂ ਆਉਂਦੀ ਕੋਈ, ਮੈਨੂੰ ਮਿਲਦਿਆਂ ਸਾਰੀ ਤੈਨੂੰ ਬਸ ਇੱਕੋ ਹੀ ਗੱਲ ਯਾਦ ਆਉਂਦੀ ਹੈ ਕਿ ਮੇਰੇ ਕੋਲ ਤੇਰੇ ਕੋਲ ਮੰਗਾ ਕੀ, ਮੈਂ ਇਹ ਵੀ ਦੇ ਦਿਓ, ਉਹ ਵੀ ਦੇ ਦਿਓ, ਫਲਾਣ ਵੀ ਕਰ ਦਿਓ, ਠੀਕ ਵੀ ਕਰ ਦਿਓ ਮੈਨੂੰ, ਮੈਂ ਕਦੀ ਮਰਾਂ ਨਾ, ਮੈਨੂੰ ਕੁਛ ਨਾ ਕੁਛ ਹੋਵੇ, ਮੇਰੇ ਦੁੱਖ ਨਾ ਆਵੇ। ਤੇ B ਕਈ ਵਾਰੀ ਤੰਗ ਆ ਸਕਦਾ, B ਕਹਿ ਸਕਦਾ ਯਾਰ ਬਸ ਹੋ ਗਿਆ ਹੁਣ, ਯਾਰ ਇੰਨੀ ਵਾਰੀ ਜਦੋਂ ਮਿਲਦੇ ਹੋ ਗੱਲ ਹੀ ਹੋਰ ਕੋਈ ਗੱਲ ਹੀ ਨਹੀਂ ਹੈ ਕੋਈ। ਪਰ ਇੱਥੇ ਉਹ ਰਿਸ਼ਤਾ ਨਹੀਂ ਹੈ, ਇੱਥੇ ਰਿਸ਼ਤਾ ਹੋਰ ਕਿਸਮ ਦਾ ਹੈ। ਇੱਥੇ B ਨੇ ਕਦੀ ਨਹੀਂ ਕਹਿਣਾ
इथे बी ने कदी नहीं कहना कि ਮੰਗ ਮੰਗ ਲਈ ਤੂੰ ਥੱਕ ਮੈਂ ਨਹੀਂ ਦੇਣਾ ਤੈਨੂੰ ਹੋਰ ਬਸ ਹੋ ਗਿਆ ਮੇਰਾ ਬਸ ਮੈਂ ਖਤਮ ਕਰ ਲੂੰ I'm done with you, you know. I mean, how many times you can ask for things from me? ਇੱਥੇ ਉਹ ਰਿਸ਼ਤਾ ਨਹੀਂ ਹੈ। ਇੱਥੇ ਬੀ ਨੇ ਦੇ ਹੀ ਜਾਣਾ ਹੈ, ਦੇ ਹੀ ਜਾਣਾ, ਦੇ ਹੀ ਜਾਣਾ, ਦੇ ਹੀ ਜਾਣਾ ਤੇ ਅਗਲੇ ਨੇ ਲਈ ਜਾਣਾ, ਲਈ ਜਾਣਾ, ਲਈ ਜਾਣਾ, ਚਾਹੇ ਉਸ ਨੂੰ ਪਿਆਰ ਕਰੇ ਚਾਹੇ ਨਾ ਕਰੇ, it does not matter। ਇਹ ਰਿਸ਼ਤਾ ਹੋਰ ਕਿਸਮ ਦਾ ਹੈ। ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਜ਼ਰਾ। ਨਾਰਮਲੀ ਨਹੀਂ ਰਿਸ਼ਤੇ ਟੁੱਟਦੇ। ਨਾਰਮਲੀ ਜਦੋਂ ਰਿਲੇਸ਼ਨਸ਼ਿਪ ਦੋ ਬੰਦਿਆਂ ਦੀ, ਅਗਰ ਇੱਕ ਬੰਦਾ ਹਮੇਸ਼ਾ ਦੂਸਰੇ ਬੰਦੇ ਵਿੱਚੋਂ ਉਹਦੀ ਲੈਣ ਦੀ ਅਵਸਥਾ ਵਿੱਚ ਰਿਸ਼ਤਾ ਬਣਿਆ ਰਹੇ ਤੇ ਫਿਰ ਮੁਸ਼ਕਲਾਂ ਆਉਂਦੀਆਂ ਬਾਅਦ ਚ, ਬਹੁਤ ਫਿਰ ਪ੍ਰੋਬਲਮ ਆ ਜਾਂਦੀਆਂ ਬਹੁਤ ਬਾਅਦ ਵਿੱਚ। ਇੱਕ ਟਾਈਮ ਇਹੋ ਜਿਹਾ ਆਇਆ ਅੱਲਾ ਕਹਿ ਦਿੰਦਾ ਯਾਰ ਇਹ ਬਸ ਬਹੁਤ ਹੋ ਗਿਆ। ਦੇਖੋ ਬੱਚਾ ਛੋਟਾ ਹੁੰਦਾ ਹੈ, ਮਾਪੇ ਕੋਲ ਲੈਂਦਾ ਰਹਿੰਦਾ ਹਮੇਸ਼ਾ, ਪਰ ਜਦੋਂ ਵੱਡਾ ਹੁੰਦਾ ਹੈ, ਹੁਣ ਮਾਪਿਓ ਦੀ ਉਮਰ 70-80 ਸਾਲ ਹੋ ਗਈ ਹੋਵੇ ਤੇ ਬੱਚਾ ਹੋਵੇ 40 ਸਾਲ ਦਾ, ਹਾਂਜੀ, ਤੇ 80 ਸਾਲ ਦਾ ਹੋ ਜਾਵੇ ਫਾਦਰ ਤੇ ਹਾਲੇ ਫਾਦਰ ਨੂੰ ਕਹੇ ਹੁਣ 50 ਸਾਲ ਦਾ ਹੋ ਜਾਏ ਤੇ 80 ਸਾਲ ਦੇ ਫਾਦਰ ਨੂੰ ਕਹੇ ਮੈਨੂੰ ਇਹ ਲੈ ਦਿਓ, ਮੈਨੂੰ ਘਰ ਲੈ ਦਿਓ, ਮੈਨੂੰ ਫਲਾਣ ਚੀਜ਼ ਲੈ ਦਿਓ, ਟਿਕਾਣ ਲੈ ਦਿਓ, ਤੇ ਉਹ ਕਦੀ ਕੋਈ ਦੇਖਿਆ ਕਦੀ ਕਰਦਿਆਂ? ਕਦੀ ਉਹ ਜੇ ਕਰੇਗਾ ਵੀ ਤਾਂ ਡੈਡ ਕਹੇਗਾ ਤੇ ਕੀ ਹੋ ਰਿਹਾ ਤੈਨੂੰ, what are you, you're 40 years old, you're on your own, what the hell is going on here, ਪਰ ਇੱਥੇ ਨਹੀਂ ਹੈ ਰਿਸ਼ਤਾ ਇਹ ਵਾਲਾ। ਇੱਥੇ ਅਗਲੇ ਨੇ ਨਹੀਂ ਕਹਿਣਾ ਕਿ ਤੂੰ ਕਿੰਨੀ ਵਾਰੀ ਇਹ ਚੀਜ਼ਾਂ ਮੰਗ ਚੁੱਕਿਆ ਹੈ। ਅਗਲਿਆਂ ਨੇ ਇਹ ਵੀ ਜਵਾਬ ਨਹੀਂ ਦੇਣਾ ਕਿ ਤੂੰ ਮੈਨੂੰ ਤੇ ਮੰਗਿਆ ਹੀ ਨਹੀਂ ਇੱਕ ਵਾਰੀ, ਤੂੰ ਮੇਰੇ ਨਾਲ ਤੇ ਪਿਆਰ ਕੀਤਾ ਹੀ ਨਹੀਂ, ਤੂੰ ਤੇ ਇੱਕ ਵਾਰੀ ਨਹੀਂ ਕਿਹਾ ਤੁਸੀਂ ਮੈਨੂੰ ਮਿਲ ਜਾਓ। ਤੁਸੀਂ ਦਾਤਾਂ ਪਿੱਛੇ ਵੀ ਲੱਗੇ ਹੋਏ ਹੋ, ਦਾਤ ਨੂੰ ਨਿਸ਼ਾਨ ਜਾਣ ਕੇ ਮੈਨੂੰ ਗਾਵਿਆ ਹੈ ਤੁਸੀਂ। ਪਰ ਇੱਥੇ ਤਾਂ ਵੀ ਬੇਪਰਵਾਹ ਹੈ। ਇੱਥੇ ਮੈਂ ਇਸ ਪੌੜੀ ਦੀ ਖਾਸੀਅਤ ਜਿਹੜੀ ਹੈ, ਇਸ ਪੌੜੀ ਦਾ ਕਰਕਸ ਜਿਹੜਾ ਇਹ ਹੈ ਕਿ ਉਹ ਇਸ ਵਾਸਤੇ, ਉਹ ਦਾਤ ਲੈਣ ਵਾਸਤੇ ਪ੍ਰਮਾਤਮਾ ਨੂੰ ਯਾਦ ਕਰਦਾ ਹੈ, ਪਰ ਦਾਤੇ ਨੇ ਕਦੀ ਨਹੀਂ ਕਿਹਾ ਕਿ ਤੇਰੀਆਂ ਮੈਂ ਬੰਦ ਕਰ ਦਿਆਂਗਾ ਤੇਰਾ ਸਮਾਨ ਲੈਣਾ ਮੈਂ, ਜੇ ਤੂੰ ਮੈਨੂੰ ਯਾਦ ਨਾ ਕੀਤਾ ਤੇ, ਜੇ ਤੂੰ ਮੈਨੂੰ ਨਾ ਮੰਗਿਆ ਨਾ ਤੇ ਮੈਂ ਤੇਰਾ ਇਹ ਨਿਸ਼ਾਨ ਜਿਹੜੇ ਤੂੰ ਮੰਗੇ ਨਾ ਦਾਤਾਂ ਦੇ, ਇਹ ਦਾਤਾਂ ਦੇ ਨਿਸ਼ਾਨ ਮੈਂ ਤੇਰੇ ਬੰਦ ਕਰ ਦੇਣੇ, ਤੇਰੇ ਮੈਂ ਰੋਟੀ ਪਾਣੀ ਤੇਰੀ ਬੰਦ ਕਰ ਦੇਣੀ ਹੈ, ਇਹ ਨਹੀਂ ਹੋਣਾ। ਇੱਥੇ ਮਹਾਰਾਜ ਇਸ ਗੱਲ ਨੂੰ ਇਸ ਪੌੜੀ ਵਿੱਚ ਬੜੀ ਖੂਬਸੂਰਤੀ ਨਾਲ ਸਮਝਾਉਂਦੇ ਨੇ ਇਸ ਗੱਲ ਨੂੰ ਕਿ ਹੁਕਮ ਇਸ ਦਾਇਰੇ ਵਿੱਚ ਨਹੀਂ ਹੈ, ਹੁਕਮ ਲੈਣ ਦੇਣ ਦੇ ਚੱਕਰ 'ਚ ਨਹੀਂ ਹੈ, ਹੁਕਮ ਦੇਣ ਵਾਲਾ ਹੈ, ਹੁਕਮ ਦੁੱਖ ਸੁੱਖ ਦੇਣ ਵਾਲਾ ਹੈ, ਹੁਕਮ ਦਾਤਾ ਦੇਣ ਵਾਲਾ ਹੈ, ਹੁਕਮ ਦਾਤਾ ਲੈਣ ਵਾਲਾ ਹੈ ਤੁਹਾਡੇ ਕੋਲ, ਪਰ ਹੁਕਮੀ ਆਪ ਇਸ ਲੈਣ ਦੇਣ ਦੇ ਚੱਕਰ 'ਚ ਨਹੀਂ ਹੈ। ਹੁਕਮੀ ਇਸ ਹੁਕਮੀ ਇਸ ਇਨਾਂ ਦਾਇਰਿਆਂ ਵਿੱਚ, ਇਨਾਂ ਬੰਧਨ ਦੇ ਵਿੱਚ ਨਹੀਂ ਹੈ ਹੁਕਮ। ਤੇ ਗਾਵੇ ਕੋ ਗੁਣ ਵਡਿਆਈਆਂ ਚਾਰ, ਚਾਰ ਦਾ ਮਤਲਬ ਸੋਹਣੇ ਲਿਖਿਆ ਲੋਕਾਂ ਨੇ ਜ਼ਿਆਦਾ, ਤੇ ਚਾਰ ਦਾ ਮਤਲਬ 4 ਨਹੀਂ ਹੈ, ਤੇ 4 ਦੇ 4 ਹੁੰਦਾ ਤੇ ਫਿਰ ਰਾਰੇ ਨੂੰ ਸਿਹਾਰੀ ਹੁੰਦੀ। ਜਿੱਥੇ ਵੀ 4 ਨਿਊਮੈਰੀਕਲ ਆਏਗਾ ਉੱਥੇ ਰਾਰੇ ਨੂੰ ਸਿਹਾਰੀ ਹੋਏਗੀ। ਇੱਥੇ 4 ਸੋਹਣੇ ਗੁਣ ਚੰਗੇ, ਕਈਆਂ ਨੂੰ ਕੋਈ ਪ੍ਰਮਾਤਮਾ ਦਾ ਗੁਣ ਦੇਖ ਕੇ ਉਸ ਪ੍ਰਮਾਤਮਾ ਦੀ ਯਾਦ ਆਉਂਦੀ ਹੈ। ਬੜਾ ਦਿਆਲੂ ਹੈ ਉਹ, ਬਖਸ਼ਿੰਦ ਹੈ ਬੜਾ ਵੱਡਾ, ਹਾਂਜੀ, ਉਹ ਗੁਣ ਉਹਨਾਂ ਨੂੰ ਇੰਪ੍ਰੈਸ ਕਰ ਜਾਂਦਾ ਹੈ ਤੇ ਉਸ ਗੁਣ ਤੇ ਫੋਕਸ ਕਰਕੇ ਪ੍ਰਮਾਤਮਾ ਨੂੰ ਯਾਦ ਕਰਦੇ ਹਨ। ਚੰਗੀ ਗੱਲ ਹੈ। ਕਈਆਂ ਨੂੰ ਉਹਦੇ ਫੋਰਗਿਵਨੈਸ ਵਾਲਾ ਗੁਣ ਪਸੰਦ ਆ ਜਾਂਦਾ ਹੈ ਤੇ ਕਹਿੰਦੇ ਨੇ ਕਿ ਮੇਰੇ 'ਚ ਹੀ ਆਏ ਹੋ, ਹਾਂਜੀ, ਹਾਲੇ ਵੀ ਉਸ ਨੂੰ ਨਹੀਂ ਮੰਗਿਆ, ਉਸ ਦੇ ਗੁਣਾਂ ਨੂੰ ਦੇਖ ਕੇ ਇੰਪ੍ਰੈਸ ਹੋਏ, ਉਹਨਾਂ ਦੇ ਗੁਣਾਂ ਨੂੰ ਦੇਖ ਕੇ ਤੇ ਉਹ ਗੁਣ ਅਪਣਾਉਣ ਦੀ ਕੋਸ਼ਿਸ਼ ਕਰਦੇ ਹਨ। ਤੇ ਮੈਂ ਉਹ ਫਿਰ ਉਸੇ ਵਾਪਸ ਚਲਾ ਜਾ A ਔਰ B 'ਚ, A ਔਰ B ਦੀ ਬੜੀ ਦੋਸਤੀ ਹੋਵੇ ਤੇ B 'ਚ ਬੜੇ ਗੁਣ ਹੋਵਣ, B ਕੁਝ ਹੋਵੇ ਕੋਈ ਤੇ A ਬਸ ਉਸਦੇ ਗੁਣ ਨੂੰ ਦੇਖ ਕੇ ਇੰਪ੍ਰੈਸ ਹੋ ਕੇ ਤੂੰ ਤੇਰੇ ਉਹਦੇ ਗੁਣਾਂ ਨੂੰ ਬਾਰ-ਬਾਰ ਯਾਦ ਕਰੇ, B ਦੇ ਗੁਣਾਂ ਨੂੰ, ਲੇਕਿਨ B ਨਾਲ ਹਲੇ ਪਿਆਰ ਨਹੀਂ ਹੋ ਪਾਇਆ, ਉਹਦਾ B ਨਾਲ ਉਹ ਰਿਸ਼ਤਾ ਜੁੜ ਨਹੀਂ ਪਾਇਆ ਹਲੇ। ਉਹਦੇ ਕਈ ਐਸਪੈਕਟ ਨੂੰ ਬਹੁਤ ਪਸੰਦ ਆਏ ਤੇ ਉਸ ਐਸਪੈਕਟ ਦੇ ਉੱਤੇ ਫੋਕਸ ਕਰਕੇ ਰਿਲੇਸ਼ਨਸ਼ਿਪ ਡਿਵੈਲਪ ਕੀਤੀ ਉਸ B ਨਾਲ, ਪਰ ਹਲੇ B ਨੂੰ ਨਹੀਂ ਚਾਹਿਆ ਉਸਨੇ। ਗਾਵੇ ਕੋ ਗੁਣ ਵਡਿਆਈਆਂ, ਉਹਦੀਆਂ ਗੁਣ ਤੇ ਉਹਦੀਆਂ ਵਡਿਆਈਆਂ 4 ਜਿਹੜੀਆਂ ਬਹੁਤ ਸੋਹਣੀਆਂ ਹਨ। ਕਈ ਉਹਨਾਂ ਗੁਣਾਂ ਤੇ ਉਹਨਾਂ ਵਡਿਆਈਆਂ ਨੂੰ, ਕੋਈ ਮਾੜੀ ਗੱਲ ਨਹੀਂ ਹੈ ਉਹਨਾਂ ਨੂੰ ਗਾਣਾ, ਜ਼ਰੂਰ ਗਾਵੇ ਉਹਨਾਂ ਗੁਣੇ, ਤੇ ਇਹ ਵੀ ਮਾੜੀ ਗੱਲ ਨਹੀਂ ਹੈ ਦਾਤ ਜਾਣੇ ਨਿਸ਼ਾਨ, ਇਹ ਵੀ ਬਹੁਤ ਘੱਟ ਬੰਦੇ ਕਰ ਸਕਦੇ ਹਨ। ਮੇਰੇ ਵਰਗੇ ਕਈ ਹਨ ਜਿਨ੍ਹਾਂ ਤੇ ਸਭ ਕੁਝ ਮਿਲਿਆ ਹੈ ਤਾਂ ਵੀ ਮਿਲ ਕੇ ਵੀ ਸ਼ੁਕਰੀਆ ਨਹੀਂ ਕਰਦੇ, ਉਹਦਾ ਮਿਲ ਕੇ ਵੀ ਕੋਈ ਸ਼ੁਕਰੀਆ, ਕੋਈ ਥੈਂਕ ਯੂ ਨੋਟ ਨਹੀਂ ਭੇਜਦੇ ਅੱਗੇ,
ਐਟਲੀਸਟ ਇਹ ਦਾਤ ਨਿਸ਼ਾਨ ਤੇ ਮੰਨਦੇ ਹਨ ਨਾ ਉਹਨਾਂ ਨੂੰ, ਗੁਣ ਵਡਿਆਈਆਂ ਚਾਰ ਤੇ ਮੰਨਦੇ ਹਨ ਨਾ, ਗੁਣਾਂ ਦੇ ਉੱਤੇ ਫੋਕਸ ਤੇ ਹੈ ਨਾ ਉਹਨਾਂ ਦਾ। ਹਲੇ ਲਾਸਟ ਲਾਈਨ ਦੇ ਉੱਤੇ ਪੂਰੇ ਨਹੀਂ ਹੋਤੇ, ਨਾਨਕ ਵਿਕਸੇ ਬੇਪਰਵਾਹ ਦੇ ਉੱਤੇ ਨਹੀਂ ਆਏ ਹਲੇ। ਤੇ ਮਹਾਰਾਜ ਕਹਿੰਦੇ ਹਨ ਹੁਕਮੀ ਨੂੰ ਕਈ ਉਹ ਵੀ ਹਨ ਜਿਹੜੇ ਕਿਤਾਬਾਂ ਦੇ ਰਾਹੀਂ, ਵਿਦਿਆ ਦੇ ਰਾਹੀਂ ਪ੍ਰਮਾਤਮਾ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਨ ਜਾਂ ਪ੍ਰਮਾਤਮਾ ਨਾਲ ਰਿਸ਼ਤਾ ਜੋੜਨ ਦੀ ਕੋਸ਼ਿਸ਼ ਕਰਦੇ ਹਨ। ਬਿਖਮ ਵਿਚਾਰ ਗਾਵੇ ਕੋ ਵਿਦਿਆ, ਬਿਖਮ ਵਿਚਾਰ, ਵਿਦਿਆ ਰਾਹੀਂ ਕੌਗਨੀਟਿਵ ਐਬਿਲਿਟੀ ਜਿਹੜੀ ਤੁਹਾਡੇ ਅੰਦਰ ਜਿਹੜੀਆਂ ਤੁਹਾਡੀ ਐਕੈਡੈਮਿਕ ਪਰਸੂਟ ਹੈ, ਜਿਹੜੀ ਕਿਤਾਬਾਂ ਪੜ੍ਹ ਕੇ ਤੇ ਇਹ ਕਿੱਥੇ ਇਸ਼ਾਰਾ ਹੈ? ਇਹ ਇਸ਼ਾਰਾ ਵਿਦਾਂਤਿਕ ਜਿਹੜੀਆਂ ਥਾਟ ਪ੍ਰੋਸੈਸ ਹਨ ਉਹਦੇ ਤਰਫ ਇਸ਼ਾਰਾ ਜ਼ਿਆਦਾ ਹੈ। ਕਾਮਨ ਸੀ ਉਸ ਵੇਲੇ, ਹੁਣ ਵੀ ਹੈ ਬੜਾ, ਕਿ ਤੁਸੀਂ ਕਿਤਾਬਾਂ ਦੇ ਢੇਰਾਂ ਦੇ ਢੇਰ ਲੈ ਕੇ ਚਲਦੇ ਸਨ ਨਾਲ ਆਪਣੇ, ਤੇ ਨਾਲੇ ਦਾਅਵਾ ਕਰਦੇ ਸਨ ਕਿ Vijay, if you don't mind, if I can finish the first part though, and let me, because otherwise फिर ना मेरी thought process आपकी disturb हो। Let me just finish the first part and then I'll try to answer all the questions, So ਕਈ ਵਾਰੀ ਇਹ ਹੁੰਦਾ ਹੈ ਕਿ ਇਹ ਜਿਹੜੇ ਨਾਲ ਜਿਹੜੀ ਕਿਤਾਬਾਂ ਲੈ ਕੇ ਚੱਲਦੇ ਹਨ ਜਿਹੜੀਆਂ ਨਾਲ, ਤੇ ਇਹ ਨਾਲ ਲੈ ਕੇ ਦੂਸਰੇ ਨੂੰ ਦਿਖਾਉਣ ਵਾਸਤੇ ਕਿ ਅਸੀਂ ਜ਼ਿਆਦਾ ਪੜ੍ਹੇ ਲਿਖੇ ਹਾਂ, ਜਾਂ ਕਈ ਇਹ ਵੀ ਹਨ ਇਹੋ ਜਿਹੇ ਜਿਹੜੇ ਇਹ ਨਹੀਂ ਦਿਖਾਉਂਦੇ ਕਿ ਦੂਸਰਿਆਂ ਨੂੰ ਜ਼ਿਆਦਾ ਦਿਖਾਉਣ ਵਾਸਤੇ ਪੜ੍ਹੇ ਲਿਖੇ ਹਾਂ, ਪਰ ਤਾਂ ਵੀ ਕੋਸ਼ਿਸ਼ ਇਹੀ ਇਹਨਾਂ ਦੀ ਹੁੰਦੀ ਹੈ ਕਿ ਪ੍ਰਮਾਤਮਾ ਗਿਆਨ ਦਾ ਰੂਪ ਹੈ ਤੇ ਗਿਆਨ ਵਿੱਚੋਂ ਪ੍ਰਮਾਤਮਾ ਦੀ ਪ੍ਰਾਪਤੀ ਮੈਨੂੰ ਹੋ ਜਾਵੇ ਕਿਧਰੇ। ਤੇ ਇਹਦਾ ਵਿਚਾਰ ਬੜਾ ਬਿਖਮ ਹੈ, ਬੜਾ ਔਖਾ ਹੈ। ਕਦੀ ਤੁਸੀਂ ਖੁਸ਼ ਇਜ਼ ਅ ਗੁੱਡ ਐਗਜ਼ਾਮਪਲ ਟੂ ਗਿਵ ਵਿਦਾਂਤਿਕ ਐਂਗਲ ਤੋਂ। ਸਵਾਮੀ ਵਿਵੇਕਾਨੰਦ ਬੜੇ ਵੱਡੇ ਵਿਦਾਂਤ ਦੇ ਬਹੁਤ ਵੱਡੇ ਹੋਏ ਹਨ, ਕਿਉਂਕਿ ਆਈ ਐਮ ਫਰੋਮ ਬੰਗਾਲ ਓਰੀਜਨਲੀ, ਤਾਂ ਉਹਨਾਂ ਬਾਰੇ ਬੜਾ ਪੜ੍ਹਿਆ ਹੈ ਮੈਂ ਆਪ, ਉਹ ਬੜਾ ਪੜ੍ਹ ਕੇ ਇੰਪ੍ਰੈਸ ਵੀ ਹੋਇਆ ਬੜਾ ਉਹਨਾਂ ਬਾਰੇ। ਬੜੇ ਜਾਣੂ, ਬੜੇ ਵਿਦਵਾਨ ਤੇ ਪ੍ਰਮਾਤਮਾ ਤੱਕ ਪਹੁੰਚੇ ਹੋਏ, ਵਿਦਾਂਤਿਕ ਐਂਗਲ ਤੋਂ, ਗਿਆਨ ਰੂਪ ਤੋਂ ਪ੍ਰਮਾਤਮਾ ਨਾਲ ਜਾਣੂ ਸਨ ਬੰਦੇ। ਤੇ ਉਹ ਵਿਚਾਰ ਅਗਰ ਤੁਸੀਂ ਉਹਨਾਂ ਦੇ ਸੁਣੋ ਜਾਂ ਪੜ੍ਹੋ ਤਾਂ ਤੁਹਾਨੂੰ ਮਹਿਸੂਸ ਹੋਏਗਾ ਕਿ ਬੜੇ ਬਿਖਮ ਹਨ ਵਿਚਾਰ ਨੇ, ਈਜ਼ੀ ਨਹੀਂ ਹਨ ਸਮਝਣੇ। ਤੁਸੀਂ ਕਿਸੇ ਵੱਡੇ ਫਿਲਾਸਫਰ ਦੇ ਵਿਚਾਰ ਲੈ ਲਓ, ਪਲੇਟੋ ਦੇ ਲੈ ਲਓ, ਅਰਿਸਟੋਟਲ ਦੇ ਲੈ ਲਓ, ਕਦੀ ਫਿਲਾਸਫੀ ਦੀ ਕਲਾਸ ਲੈ ਕੇ ਦੇਖੋ ਤੇ ਉਹਨਾਂ ਦੇ ਮੁਸ਼ਕਿਲ ਹਨ ਸਮਝਣੇ, ਬਿਖਮ ਹਨ ਵਿਚਾਰ ਉਹ ਸਾਰੇ। ਸੋ ਇੱਕ ਐਂਗਲ ਹੈ ਦਾਤ ਦਾ, ਵੀ ਕਿਹੜੀਆਂ ਚੀਜ਼ਾਂ ਮਿਲੀਆਂ ਹਨ, ਉਹਦੇ ਨਾਲ ਹੁਕਮੀ ਨਾਲ ਰਿਸ਼ਤਾ। ਇੱਕ ਐਂਗਲ ਹੈ ਉਹਦੇ ਗੁਣਾਂ ਦਾ, ਉਸ ਗੁਣਾਂ ਨੂੰ ਦੇਖ ਕੇ ਹੁਕਮੀ ਨਾਲ ਰਿਸ਼ਤਾ। ਇੱਕ ਐਂਗਲ ਹੈ ਨੌਲੇਜ ਦਾ ਜਾਂ ਵਿਦਿਆ ਦਾ, ਉਸ ਵਿਦਿਆ ਵਿੱਚੋਂ ਉਸ ਹੁਕਮੀ ਨਾਲ ਰਿਸ਼ਤਾ। ਮਹਾਰਾਜ ਨਿਰੂਪਣ ਕਰਾਉਂਦੇ ਪਏ ਇਸ ਗੱਲ ਦਾ ਕਿ ਹੁਕਮੀ ਨੂੰ ਜਾਣਨਾ ਮੁਸ਼ਕਿਲ ਹੈ ਬਹੁਤ। ਕਿਸੇ ਐਸਪੈਕਟ ਦੇ ਥਰੂ ਡਿਫਰੈਂਟ ਤਰ੍ਹਾਂ ਦੇ ਬੰਦੇ ਉਸ ਹੁਕਮੀ ਨਾਲ ਉਹਨਾਂ ਐਸਪੈਕਟ ਦੀ ਵਜ੍ਹਾ ਦੇ ਨਾਲ ਆਪਣੀ ਰਿਲੇਸ਼ਨਸ਼ਿਪ ਕ੍ਰੀਏਟ ਕਰਦੇ ਹਨ, ਗਾਉਂਦੇ ਹਨ ਉਹਨਾਂ ਗੁਣਾਂ ਨੂੰ। ਇੱਥੇ ਬਿਖਮ ਵਿਚਾਰ ਵਰਡ ਆਏ ਹਨ, ਵਾਕਈ ਔਖੇ ਹਨ। ਔਰ ਇਹ ਮੈਂ ਦੱਸਦਿਆਂ ਇਹ ਨਾ ਕੋਈ ਸੋਚੇ ਕਿ ਸਿਰਫ ਹਿੰਦੂਇਜ਼ਮ ਵਿੱਚ ਇਹ ਬੜਾ ਕਾਮਨ ਹੈ ਬਹਿਸ ਦਾ ਸਿਸਟਮ। ਕਦੀ ਤੁਸੀਂ YouTube ਤੇ ਇਸਲਾਮ ਦੇ ਬਾਅਦ ਕਿ ਕਦੀ ਸ਼ੀਆ ਵਰਸਸ ਸੁੰਨੀ ਟਾਈਪ ਕਰਕੇ ਦੇਖੋ ਡਿਬੇਟ, ਜਾਂ ਤੁਸੀਂ ਹਜ਼ਾਰਾਂ ਹਿੱਟ ਤੁਹਾਨੂੰ ਆਉਣਗੀਆਂ YouTube ਤੇ। ਮੈਂ ਕਈ ਵਾਰੀ ਬੜੀਆਂ ਸੁਣਦਾ ਹੁੰਦਾ just to understand, have a deeper understanding the differences, ਮੈਂ ਬੜੀ ਵਾਰੀ ਸੁਣਦਾ ਹੁੰਦਾ ਉਹਨਾਂ ਨੂੰ। ਮੈਂ ਹਿੰਦੂਆਂ ਨੂੰ ਵੀ, ਸਨਾਤਨੀ ਧਰਮ ਦੇ ਬੈਸਟ ਉਹ ਵੀ ਸੁਣਦਾ ਹੁੰਦਾ ਬੜੀ ਵਾਰੀ, ਬੜੀ ਨੌਲੇਜ। ਕਈ ਵਾਰੀ ਤਾਂ ਮੈਂ ਯਾਦ ਕਰਨਾ ਗੁਰੂ ਨਾਨਕ ਦੇਵ ਜੀ ਨੂੰ, ਤੇ ਕਹਿੰਦਾ ਧੰਨ ਨਾਨਕ ਮੇਰੇ ਇਹਨਾਂ ਚੀਜ਼ਾਂ ਤੋਂ ਤੁਸੀਂ ਬਚਾ ਲਿੱਤਾ ਸਾਨੂੰ। ਤੁਸੀਂ ਆਪੇ ਹੀ ਕਹਿ ਦਿੱਤਾ ਕਿ ਉੱਥੇ ਤੱਕ ਕੋਈ ਪਹੁੰਚ ਨਹੀਂ ਸਕਦਾ, ਉਹਦਾ ਬਿਖਾਰ ਵਿੱਚੋਂ ਮੈਂ। ਧੰਨ ਨਾਨਕ ਸਾਨੂੰ ਇਹਨਾਂ ਚੀਜ਼ਾਂ ਤੋਂ ਤੁਸੀਂ ਉੱਪਰ ਕਰ ਲਿੱਤਾ, ਸਾਨੂੰ ਇਹਨਾਂ ਬਹਿਸਾਂ ਤੋਂ ਤੁਸੀਂ ਉੱਪਰ ਕਰ ਲਿੱਤਾ। ਤੁਸੀਂ ਆਪ ਹੀ ਕਹਿ ਦਿੱਤਾ ਹੁਕਮ ਨਾ ਕਿਹਾ ਜਾਏ। ਤੁਸੀਂ ਆਪ ਹੀ ਕਹਿ ਦਿੱਤਾ ਕਿ ਉਹਨੂੰ ਜਾਣਿਆ ਨਹੀਂ ਜਾ ਸਕਦਾ, ਉਹ ਤੇਰੀ ਸਮਝ ਤੋਂ ਬੂਝ ਤੋਂ ਬਹੁਤ ਉੱਪਰ ਹੈ ਤੇਰੇ। ਸੋ ਬੜਾ ਫੋਰਚੂਨੇਟ ਹੈ ਮੈਂ, ਨਾਨਕ ਦੇ ਸਿੱਖ ਹੋਣ ਦੀ ਵਜ੍ਹਾ ਦੇ ਨਾਲ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਕੱਢ ਲਿੱਤਾ ਸਾਨੂੰ ਕਿ ਵਿਦਿਆ ਦੇ ਥਰੂ ਤੁਹਾਨੂੰ, ਗਿਆਨ ਦੇ ਥਰੂ ਤੁਹਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪ੍ਰਮਾਤਮਾ ਦੀ ਪ੍ਰਾਪਤੀ ਤੇ ਸਿਰਫ ਸਤਸੰਗਤ ਵਿੱਚੋਂ ਹੀ ਹੋਣੀ ਹੈ, ਜੁੜਿਆਂ ਦੀ ਸੰਗਤ ਵਿੱਚੋਂ। ਜਦ ਤੱਕ ਜੁੜਿਆਂ ਦੀ ਸੰਗਤ ਪੁਰਖਾ ਤੈਨੂੰ ਪ੍ਰਾਪਤ ਨਹੀਂ ਹੁੰਦੀ, ਜਦ ਤੱਕ ਜੁੜੇ ਬੈਠੇ ਨਹੀਂ ਮਿਲਦੇ ਤੈਨੂੰ, ਉਹਨਾਂ ਜੁੜਿਆਂ ਦੀ ਸੰਗਤ ਵਿੱਚੋਂ ਤੈਨੂੰ ਛੋਹ ਲੱਗਣੀ ਹੈ। ਉਹ ਛੋਹ ਚਾਹੇ ਕੀਰਤਨ ਦੁਆਰਾ ਆਏ, ਚਾਹੇ ਬਾਣੀ ਪੜ੍ਹਨ ਦੁਆਰਾ ਆਏ, ਜਾਂ ਮੇਰੇ ਵਰਗੇ ਭਾਈ ਸਾਹਿਬ ਭਾਈ ਵੀਰ ਸਿੰਘ ਵਰਗੇ ਬ੍ਰਹਮ ਗਿਆਨੀਆਂ ਨੂੰ ਪੜ੍ਹ ਕੇ ਆਏ, ਉਹ ਛੂਹ ਤੇ ਉੱਥੋਂ ਹੀ ਮਿਲਣੀ ਹੈ, ਹੋਰ ਕਿਧਰੋਂ ਮਿਲ ਨਹੀਂ ਸਕਦੀ।
ਤੇ ਬਿਖਮ ਵਿਚਾਰ ਜਾਂ ਉਹਦੇ ਗੁਣ ਵਡਿਆਈਆਂ ਤੇ ਜਾਂ ਉਹਦੀ ਦਾਤਾਂ ਵਿੱਚੋਂ ਉਹਨਾਂ ਸਿੰਗਲ ਐਸਪੈਕਟ ਵਿੱਚੋਂ ਪ੍ਰਮਾਤਮਾ ਦੀ ਪ੍ਰਾਪਤੀ ਹੋਣੀ ਔਖੀ ਹੈ। ਤੇ ਗਾਵੇ ਕੋ ਸਾਜ ਤਰੇ ਤਨਖੇ ਤੇ ਗਾਵੇ ਕੋ ਜੀ ਲੈ ਫਿਰਦੇ। ਸਾਜ ਤਰੇ ਤਨਖੇ ਬਣਾ ਕੇ ਡਿਸਟਰੋਏ ਕਰ ਦੇਣਾ ਤੇ ਡਿਸਟਰੋਏ ਕਰਕੇ ਵਾਪਸ ਰੀਕ੍ਰੀਏਟ ਕਰ ਲੈਣਾ। ਇਹ ਇੱਕ ਸਾਈਕਲ ਜਿਹੜਾ ਹੈ ਬਰਥ ਆਫ ਡੈਥ ਦਾ। ਸਾਜ ਕਰੇ ਮਨੇ ਸਾਜਣਾ, ਖੇ ਮਤਲਬ ਡਿਸਟਰੋਏ ਕਰ ਦੇਣਾ, ਸਵਾਹ ਕਰ ਦੇਣਾ, ਤੇ ਜੀ ਲੈ ਫਿਰ ਦੇ ਮਨੇ ਫਿਰ ਉਸਨੂੰ ਜੀ ਦਾਨ ਦੇ ਕੇ ਦੇ ਦੁਬਾਰਾ ਉਹਦੇ ਸਰੀਰ ਪੈਦਾ ਕਰ ਦੇਣਾ, ਇਹ ਵੀ ਉਹਦੇ ਹੱਥ ਹੈ। ਤੇ ਕਈ ਇਸ ਮੌਤ ਦੇ ਭੈ ਤੋਂ, ਕਈ ਇਸ ਐਸਪੈਕਟ ਤੋਂ ਕਿ ਉਹਦੇ ਵਿੱਚ ਤਾਕਤ ਹੈ ਮਾਰਨ ਦੀ ਤੇ ਜਵਾਲਣ ਦੀ, ਇਸ ਐਸਪੈਕਟ ਨੂੰ ਲੈ ਕੇ ਪ੍ਰਮਾਤਮਾ ਨਾਲ ਰਿਲੇਸ਼ਨਸ਼ਿਪ ਐਸਟੈਬਲਿਸ਼ ਕਰਦੇ ਹਨ। ਡਰ ਹੁੰਦਾ ਉਹਨਾਂ ਦੇ ਅੰਦਰ, ਜਨਮ ਮਰਨ ਦਾ ਡਰ ਹੁੰਦਾ ਹੈ ਉਹਨਾਂ ਦੇ ਅੰਦਰ। ਤੇ ਜਨਮ ਮਰਨ ਤੋਂ ਜਦੋਂ ਡਰ ਹੁੰਦਾ ਹੈ ਉਹਨਾਂ ਦੇ ਅੰਦਰ, ਮੈਨੂੰ ਸੁਖਮਨੀ ਸਾਹਿਬ ਦੀ ਉਹ ਤੁਕਾਂ ਯਾਦ ਆ ਗਈਆਂ। if somebody can pull that 4 lines up, you know, ਉੱਥੇ ਇੱਕ ਸੁਖਮਨੀ ਸਾਹਿਬ ਦੀ ਬਿਗਨਿੰਗ ਵਿੱਚ ਲਾਈਨਾਂ ਆਉਂਦੀਆਂ ਹਨ ਕਿ ਜੇ ਕੋ ਜਨਮ ਮਰਨ ਤੇ ਡਰ ਹੈ, you know, ਤੇ ਉਸ ਤੋਂ ਪਹਿਲੇ ਇਹ ਵੀ ਆਉਂਦੀਆਂ ਲਾਈਨਾਂ, if somebody can, ਮੈਨੂੰ ਮੇਰੇ ਮੈਂ I don't remember ਦੀਆਂ ਪਹਿਲੀਆਂ 4 ਜਿਹੜੀਆਂ ਉਹਦੇ 4 ਕੰਡੀਸ਼ਨਸ ਪਹਿਲੇ ਲਗਾਈ ਜਾਣ ਕਿ ਪਹਿਲੇ ਜਿਹੜੀਆਂ 4 ਇੱਕ ਕੰਡੀਸ਼ਨਲ ਡਿਸਕ੍ਰਾਈਬ ਕਰਕੇ ਫਿਰ ਅੱਗੇ ਜਾ ਕੇ ਪ੍ਰਮਾਤਮਾ ਬਾਰੇ ਗੱਲ ਕਰਦੇ ਹਨ। while I'm talking, if somebody can pull those lines up though and share with me, whoever has done it, just unmute yourself and share that. ਤੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਹਨ, ਜਨਮ ਮਰਨ ਦਾ ਡਰ ਜਿਹੜਾ ਹੈ ਜਾਂ ਮੌਤ ਦਾ ਡਰ ਹੈ, ਇੱਥੋਂ ਜਾਣ ਦਾ ਡਰ ਬੜਾ ਭਾਰੀ ਡਰ ਹੈ, ਬੜਾ, ਇਹ ਕੋਈ ਛੋਟਾ ਮੋਟਾ ਡਰ ਨਹੀਂ ਹੈ। ਇੱਥੋਂ ਇੱਕ ਜਾਣ ਦਾ ਡਰ ਜਿਹੜਾ ਹੈ, ਇਸ ਸਰੀਰ ਨੂੰ ਛੋੜਨ ਦਾ ਡਰ ਬੜਾ ਭਾਰੀ ਡਰ ਹੈ, ਜ਼ਬਰਦਸਤ ਡਰ ਹੈ। ਤੇ ਗਾਵੇ ਕੋ ਸਾਜ ਤੇਰੇ ਤਨਖੇ, ਮਤਲਬ ਕਿ ਇਸ ਡਰ ਮਾਰੂ ਪ੍ਰਮਾਤਮਾ ਦੇ ਨੇੜੇ ਆਉਂਦੇ ਹਨ, ਇਸ ਡਰ ਮਾਰੂ ਉਸਦੇ ਗੁਣ ਗਾਉਂਦੇ ਹਨ ਕਿ ਇਹ ਐਸਪੈਕਟ ਉਹਦਾ ਯਾਦ ਆ ਜਾਂਦਾ ਹੈ ਉਹਨਾਂ ਨੂੰ ਕਿ ਇਹਦੇ ਵਿੱਚ ਤੇ ਬੜੀ ਤਾਕਤ ਹੈ, ਜਨਮ ਮਰਨ ਦੀ ਇਹਨਾਂ ਦੇ ਹੱਥ ਹੈ ਬੜਾ, ਹੈ ਨਾ। ਇਹਦੀ ਬੜੀ ਵੱਡੀ ਤਾਕਤ ਹੈ। ਕਿਸੇ ਨੂੰ ਜੀਣੇ ਬੰਦੇ ਨੂੰ ਇਹ ਮਰ ਜਾਂਦਾ ਹੈ ਤੇ ਮਰੇ ਹੋਏ ਬੰਦੇ ਨੂੰ ਜਵਾਲ ਕੇ ਵਾਪਸ ਉਹਦੇ ਬੰਦੇ ਜੀਦਾਨ ਆ ਜਾਂਦਾ ਹੈ। ਕਮਲ ਜੀ ਮਿਲ ਗਈ ਲਾਈਨਾਂ? ਹਾਂਜੀ, ਉਹ ਸ਼ੇਅਰ। ਹਾਂਜੀ, ਚਾਰ ਪਦਾਰਥ ਜੇ ਕੋ ਮੰਗੇ ਸਾਜ ਜਨਾ ਕੀ सेवा लागे, जेको अपना दुख मिटावे हर हर नाम हृदय सद गावे। तो इथे रुक जाओ एक सेकंड। हुण कई अपना, क्योंकि सुखमनी दी इन्हां लाइनां नाल रिलेशनशिप है, नाल इन्हां लाइनां नाल, जेको अपना दुख मिटावे, कई आंदे ही अपने दुख लैके हैं परमात्मा आगे, प्रॉब्लम लैके आंदे हैं जी, यह प्रॉब्लम है रिजॉल्व कर दो जी, मेरी बीमार हो गया घर, रिजॉल्व करो, कार पैसे नहीं है, रिजॉल्व करो, तुसी रिजॉल्व करो, नौकरी नहीं मिली, रिजॉल्व करो, मेरी स्पाउस नाल मेरी बनदी नहीं है, रिजॉल्व करो, बच्चे मेरे पढ़ नहीं लिख रहे, रिजॉल्व, बच्चे नाल मेरी नहीं बनदी, रिजॉल्व करो, मेरे दुख मिटाओ। तुसी दुखां दे तुसी दुख हारण ते किते कोल जाओगे, उत्थे ही जाओगे ना खाली, देयर इज नथिंग रॉन्ग विद दैट। पर जे को अपना दुख खाली दुखां दे कारण तुसी परमात्मा दे नेड़े आए हो, किहड़े आए ते हो ना नेड़े, कोई गल नहीं, अच्छी गल है, पर उन्होंने नहीं मंगिया हले, पर ਉਹਦਾ ਇਲਾਜ ਦੱਸ ਦਿੱਤਾ ਨੇ, ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦਗਾ, ਤੇ ਵੀ ਉਹਦੇ ਗੁਣ ਗਾਣੇ ਸ਼ੁਰੂ ਕਰੋਗੇ ਤੇ ਦੁੱਖ ਹਟਣਗੇ ਤੁਹਾਡੇ। ਦੁੱਖ ਹਟਣ ਨਾ ਹਟਣ, ਇਹ ਗੱਲ ਪੱਕੀ ਹੈ ਕਿ ਦੁੱਖ ਨੂੰ ਝੇਲਣ ਦੀ ਸਮਰੱਥਾ ਤੁਹਾਡੇ ਚ ਆ ਜਾਏਗੀ, ਇਹ ਗੱਲ ਮੈਂ ਗਾਰੰਟੀ ਦੇ ਦੇਣਾ ਤੁਹਾਨੂੰ। ਹਾਂਜੀ, ਤੇ ਅਗਲੀ ਲਾਈਨ ਪੜ੍ਹ ਕੇ ਦੇਖੋ ਉਹ ਕਿੰਨੀ ਸੋਹਣੀ ਤਰ੍ਹਾਂ ਦੇਖੋ, ਆਪਣੀ ਸੋਭਾ ਲੋ ਰਹਿ ਸਾਧ ਸੰਗ ਇਹ ਹੋਮੇ ਛੋੜ। ਕਈਆਂ ਨੂੰ ਇਹ ਬੜਾ ਹੁੰਦਾ ਹੈ ਕਿ ਯਾਰ ਮੇਰੀ ਲਾਈਫ ਵਿੱਚ ਸਕਸੈਸ ਬੜੀ ਮਿਲੇ ਮੈਨੂੰ, ਇੱਕ ਤੇ ਦੁੱਖ ਮਿਟਾ ਦਿਓ ਤੇ ਯਾਰ ਮੈਨੂੰ ਇਹੋ ਜਿਹਾ ਬੰਦਾ ਕਰ ਦਿਓ ਕਿ ਲੋਕ ਵਾਹ ਵਾਹ ਕਰਨ, ਬੜੀ ਸੁੱਖ ਮੇਰੀ ਲਾਈਫ ਵਿੱਚ ਸਕਸੈਸਫੁਲ ਕਰ ਦਿਓ ਮੇਰੀ ਲਾਈਫ ਨੂੰ। ਸੋਭਾ ਲੋੜ ਹੈ, ਜੇ ਡਾਕਟਰ ਬਣਾ ਤੇ ਟਾਪ ਦਾ ਬਣਾ, ਜੇ ਵਕੀਲ ਬਣਾ ਤੇ ਟਾਪ ਦਾ ਬਣਾ, ਜੇ ਬਿਜ਼ਨਸਮੈਨ ਬਣਾ ਤੇ ਟਾਪ ਦਾ ਬਣਾ, ਜੇ ਸੇਵਾ ਕਰਾਂ ਤੇ ਗੁਰਦੁਆਰੇ ਦਾ ਪ੍ਰਧਾਨ ਬਣ ਜਾਵਾਂ, ਜੇ ਕੀਰਤਨ ਸਿੱਖਾਂ ਤੇ ਮੇਰੇ ਵਰਗਾ ਕੀਰਤਨੀਆਂ ਨਾ ਕੋਈ, ਸੋਭਾ ਮੇਰੀ ਬੜੀ ਹੋਵੇ, ਬੜੀ ਸੋਭਾ ਮੇਰੀ ਲੋੜੇ, ਮੇਰੀ ਸਕਸੈਸ ਹਰ ਪੱਖੋਂ ਮੇਰੀ ਸਕਸੈਸ ਹੋਵੇ। ਇਸ ਸਕਸੈਸ ਦੇ ਪਿੱਛੇ ਪ੍ਰਮਾਤਮਾ ਦੇ ਪਿੱਛੇ ਦੌੜਦੇ ਹਨ, ਬੜੇ ਲੋਕ ਆਉਂਦੇ ਹਨ, ਤਾਂ ਬੜੇ ਲੋਕ ਉਸਨੂੰ ਇਸ ਵਾਸਤੇ ਯਾਦ ਕਰਦੇ ਹਨ। ਜੇ ਕੋ ਆਪਣੀ ਸੋਭਾ ਲੜੇ,
हाँ जी, जे को अपनी शोभा लोड़ी वीर जी, आगे पढ़ो। ਸਾਧ ਸੰਗ ਇਹ ਹੋਮੇ ਛੋੜ। फिर होमे का त्याग करे तो शोभा मिलेगी उसको, क्योंकि शोभा उन्हें देनी है। अगली लाइन पढ़ो। ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਰਨੀ ਪਰੈ। कईयां ਨੂੰ डर ਹੁੰਦਾ है साज तेरे तनखे वाला, कि जन्म मरण ਦਾ बड़ा ਵੱਡਾ डर है कि कई इस डर मारे परमात्मा ਨੂੰ याद करते हैं, यार मैं किਤੇ बीमार ना हो जा, किਤੇ मैं मर ना जावां, या मैनू कोई प्रॉब्लम ना आ जाए कोई, उस हमेशा उसਨੂੰ याद ਰੱਖੋ, ਉਸਨੂੰ ਹਮੇਸ਼ਾ ਉਹ ਜੇ ਚੇਤੇ ਰਿਹਾ ਤੇ ਸ਼ਾਇਦ ਮੈਨੂੰ ਪ੍ਰੋਬਲਮ ਨੇੜੇ ਨਹੀਂ ਆਣਗੀਆਂ ਮੇਰੀਆਂ, ਸ਼ਾਇਦ ਮੈਨੂੰ ਕੋਈ ਪ੍ਰੋਬਲਮ ਨਹੀਂ ਆਣਗੀਆਂ ਜ਼ਿੰਦਗੀ ਵਿੱਚ। ਬਹੁਤ ਆਦੀਆਂ ਤੇ ਵਿਆਧੀਆਂ ਦਾ ਮਾਲਕ ਉਹ ਹੈ ਆਪ, ਫਿਜ਼ੀਕਲ ਤੇ ਮੈਂਟਲ ਇਲਨੈਸ ਦਾ। ਮੈਨੂੰ ਕੋਈ ਫਿਜ਼ੀਕਲ ਇਲਨੈਸ ਬਾਦਰ ਨਾ ਕਰੇ ਮੈਨੂੰ ਕਿਤੇ, ਹਾਂਜੀ। ਜੇ ਕੋ ਜਨਮ ਮਰਨ ਤੇ ਡਰ ਹੈ ਤਾਂ ਪਹਿਲਾ ਸੀ ਜੇ ਕੋ ਆਪਣਾ ਦੁੱਖ ਮਿਟਾਵੇ, ਉਹ ਤੇ ਪ੍ਰੋਬਲਮਸ ਹੋ ਗਈਆਂ ਦੁੱਖ ਮਿਟਾਉਣ ਵਾਸਤੇ। ਫਿਰ ਦੂਸਰੇ ਨੇ ਯਾਦ ਕੀਤਾ ਜੇ ਕੋ ਆਪਣੀ ਸ਼ੋਭਾ ਲੋੜ ਹੈ। ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ। ਅੱਛਾ, ਪਹਿਲੇ ਤੇ ਚਾਰ ਪਦਾਰਥ ਦੀ ਗੱਲ ਆ ਗਈ ਹੈ, ਕਾਮ ਧਰਮ ਮੋਖ ਵਾਲੀ। ਕਈ ਮੋਖ ਵਾਸਤੇ ਜਾਂਦੇ ਹਨ, ਕਈ ਧਰਮ ਵਾਸਤੇ ਜਾਂਦੇ ਹਨ, ਕਈ ਕਾਮ ਵਾਸਤੇ, ਕਈ ਆਪਣੀ ਕਾਮਨਾ ਲੋੜਨ ਵਾਸਤੇ ਜਾਂਦੇ ਹਨ, ਹਾਂਜੀ। ਤੇ ਇਹ ਉਹ ਆ ਗਈਆਂ ਪਹਿਲੇ ਚਾਰ ਪਦਾਰਥ ਜਿਹੜੇ ਮੰਗੇ ਜਿਹਨੇ। ਫਿਰ ਕਈਆਂ ਨੇ ਆਪਣਾ ਦੁੱਖ ਸੁੱਖ ਵੰਡਿਆ, ਕਈਆਂ ਨੇ ਆਪਣੀ ਜਨਮ ਮਰਨ ਤੋਂ ਡਰ ਮਾਰੇ ਗਏ, ਸ਼ੋਭਾ, ਕਈਆਂ ਆਪਣੀ ਸ਼ੋਭਾ ਲੋੜੀ, ਕਈਆਂ ਨੇ ਇਸ ਪੱਖੋਂ ਪ੍ਰਮਾਤਮਾ ਨੂੰ ਨੇੜੇ ਆਉਣ ਦੀ ਕੋਸ਼ਿਸ਼ ਕੀਤੀ, ਜੋ ਇਸ ਪੌੜੀ ਵਿੱਚ ਵੀ ਤਕਰੀਬਨ ਉਹੀ ਖਿਆਲਾਤ ਦਿੰਦੇ ਪਏ ਮਹਾਰਾਜ। ਇੱਥੇ ਵੀ ਕੋਈ ਕਿਸ ਕਾਰਨ ਗਾ ਰਿਹਾ ਹੈ, ਹੁਣ ਆਏਗਾ ਅਸਲੀ ਕਾਰਨ, ਹਾਂਜੀ। ਉਹ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ। ਪਰ ਕਈ ਇਹੋ ਜਿਹੇ ਵੀ ਹਨ ਜਿਨ੍ਹਾਂ ਨੂੰ ਨਾ ਸ਼ੋਭਾ ਲੋੜਨੀ ਹੈ, ਜਿਨ੍ਹਾਂ ਨੂੰ ਜਨਮ ਮਰਨ ਦਾ ਡਰ ਨਹੀਂ, ਜਿਨ੍ਹਾਂ ਨੇ ਦੁੱਖ ਮਿਟਾਉਣ ਵਾਸਤੇ ਨਹੀਂ ਆਉਂਦੇ ਤੇਰੇ ਕੋਲ, ਕਈ ਆਉਂਦੇ ਹਨ ਤੈਨੂੰ ਲੈਣ ਵਾਸਤੇ। ਜਿਸ ਪ੍ਰਭ ਕੋ ਪ੍ਰਭ ਦਰਸ ਪਿਆਸਾ, ਜਿਨ੍ਹਾਂ ਨੂੰ ਤੇਰੇ ਦਰਸ਼ਨਾਂ ਦੀ ਅਭਿਲਾਸ਼ਾ ਹੋਵੇ, ਜਿਸਨਾਂ ਨੂੰ ਤੈਨੂੰ ਦੇਖਣ ਦੀ ਸ਼ੌਕ ਹੋਵੇ, ਜਿਸ ਨੂੰ ਤੇਰੇ ਨਾਲ ਰਿਸ਼ਤਾ ਕਾਇਮ ਕਰਨ ਦੀ ਕੋਸ਼ਿਸ਼ ਕਰੇ, ਜਿਹੜਾ ਤੈਨੂੰ ਚਾਹੇ, ਖਾਲੀ ਦੁੱਖ ਦੂਰ ਕਰਨ ਵਾਸਤੇ ਨਹੀਂ ਆਏ, ਜਿਹੜਾ ਸ਼ੋਭਾ ਲੋੜ ਵਾਸਤੇ ਨਹੀਂ ਆਏ, ਜਿਹੜਾ ਜਨਮ ਮਰਨ ਦੇ ਦੁੱਖ ਤੋਂ ਦੂਰ ਹੋ ਕੇ ਤੇਰੇ ਵਾਸਤੇ ਨਾ ਆਏ, ਤੈਨੂੰ ਲੈਣ ਆਏ, ਜਿਹੜਾ ਬੇਪਰਵਾਹ ਹੋ ਕੇ। ਨਾਨਕ ਤਾਂ ਕੇ ਬਲ ਬਲ ਜਾਸਾ, ਉਹ ਨਾਨਕ ਤੇ ਉਹਨਾਂ ਤੇ ਬਲ ਜਾਂਦੇ ਹਨ, ਜਿਨ੍ਹਾਂ ਦੇ ਅੰਦਰ ਇਹ ਇੱਛਾ ਪੈਦਾ ਹੋ ਜਾਏ ਪਰਮਾਤਮਾ ਦੇਖਣ ਦੀ, ਪਰਮਾਤਮਾ ਮਿਲਣ ਦੀ, ਹਾਂਜੀ। ਤੇ ਪਹਿਲਿਆਂ ਦੇ ਨਾਲ ਬਲ ਜਾਸਾ ਨਹੀਂ ਕਹੇ ਨੇ ਵਰਡ, ਸ਼ੋਭਾ ਲੋੜੇ ਦੇ ਕੇ ਬਲ ਜਾਸਾ ਨਹੀਂ ਆਇਆ। ਜੇ ਕੋ ਆਪਣਾ ਦੁੱਖ ਮਿਟਾਵੇ ਦੇ ਨਾਲ ਉਹਦਾ ਇਲਾਜ ਦਿੱਤਾ ਨੇ ਨਾਲ, ਜੇ ਕੋ ਆਪਣਾ ਦੁੱਖ ਮਿਟਾਵੇ ਜੋ ਮਿਟਾਣਾ ਉਹਦਾ ਇਲਾਜ ਦਿੱਤਾ ਨੇ ਨਾਲ। ਸ਼ੋਭਾ ਲੋੜਨੀ ਹੈ, ਉਹਦਾ ਇਲਾਜ ਦੇ ਦਿੱਤਾ ਹੈ। ਚਾਰ ਪਦਾਰਥ ਲੈਣੇ, ਉਹਦਾ ਇਲਾਜ ਦੇ ਦਿੱਤਾ ਹੈ। ਜਨਮ ਮਰਨ ਕੋ ਡਰੇ, ਉਹਦਾ ਇਲਾਜ ਦੇ ਦਿੱਤਾ ਹੈ। ਲੇਕਿਨ ਬਲ ਜਾਸਾ ਨਹੀਂ ਕਿਹਾ ਕਿਤੇ। ਉਹਨਾਂ ਨੇ ਇਹ ਨਹੀਂ ਕਿਹਾ ਕਿ ਜਿਹੜੇ ਆਪਣੇ ਦੁੱਖ ਮਿਟਾਉਣ ਆਉਂਦੇ ਹਨ ਉਹਨਾਂ ਤੋਂ ਨਾਨਕ ਬਲ ਜਾਂਦਾ ਉਹਨਾਂ ਤੋਂ। ਉਹਨਾਂ ਨੇ ਇਹ ਲਾਈਨਾਂ ਨਹੀਂ ਆਈਆਂ, ਲਾਈਨਾਂ ਉੱਥੇ ਹੀ ਆਈਆਂ ਜਿਸ ਪ੍ਰਭ ਕੋ ਪ੍ਰਭ ਦਰਸ ਪਿਆਸਾ। ਹਾਲੇ ਪ੍ਰਮਾਤਮਾ ਮਿਲਿਆ ਨਹੀਂ ਹੈ, ਪਰ ਦਰਸ਼ਨਾਂ ਦੀ ਅਭਿਲਾਸ਼ਾ ਹੈ, ਉਹਨੂੰ ਖੁਸ਼ੀ ਹੈ, ਉਹਨੂੰ ਸ਼ੌਕ ਹੈ ਪ੍ਰਮਾਤਮਾ ਮਿਲਣ ਦੀ। ਇਹ ਅੰਦਰੋਂ ਇੱਕ ਇੱਛਾ ਪ੍ਰਗਟ ਹੋ ਗਈ ਹੈ ਜਿਨ੍ਹਾਂ ਦੇ। ਤੇ ਇੱਥੇ ਵੀ ਹੋਈ ਯਿਸੂ ਰੇਸ ਕਰਦੇ ਪਏ। ਤੇ ਇੱਥੇ ਅੱਗੇ ਜਾ ਕੇ ਦੇਖੋ, ਜਿੱਥੇ ਕਥਨਾ ਕਥੀ ਨਾ ਆਵੇ ਤੋਟ ਹੁਣ ਵਰਡ ਆਣਗੇ। ਅੱਜ ਮੈਂ ਕਲਾਸ ਜਲਦੀ ਐਂਡ ਕਰਨੀ ਹੈ, ਆਮ ਸੌਰੀ, 10-15 ਮਿੰਟ ਪਹਿਲੇ, so within few minutes I'll end the class. I'll try to answer Vic Virji's question, though I hope I'm able to answer it, and then I'll end the class. ਲੇਕਿਨ ਇਹ ਜਿਹੜੀਆਂ ਕਥਨਾ ਕਥੀ ਵਾਲਾ ਪੋਰਸ਼ਨ ਮੈਂ will address it next time, but ਇੱਥੇ ਕਥਨਾ ਕਥੀ ਵਾਲੇ ਪੋਰਸ਼ਨ 'ਚ ਇਹ ਗੱਲ ਹੈ ਕਿ ਇਹ ਚੀਜ਼ਾਂ ਮੰਗਣ ਦੇ ਬਾਵਜੂਦ, ਦਾਤ ਦੇ ਨਿਸ਼ਾਨ ਲੈਣ ਦੇ ਬਾਵਜੂਦ, ਸਾਸ ਤਰੋ ਤਨਖੇ ਵਾਲੇ ਗੁਣ ਪਤਾ ਹੋਣ ਦੇ ਬਾਵਜੂਦ, ਵਿਦਿਆ ਬਿਖਮ ਵਿਚਾਰ ਦੇ ਉਹਦੇ ਦੇ ਬਾਵਜੂਦ, ਤਾਂ ਵੀ ਤੂੰ ਉਹਦੇ ਗੁਣ ਜਾਂ ਉਹਦੀਆਂ ਵਡਿਆਈਆਂ ਜਾਂ ਉਹਦੇ ਬਾਰੇ ਜਾਣੂ ਨਹੀਂ ਹੋ ਸਕਦਾ। ਤੂੰ ਇਹ ਖਿਆਲ ਮਨੋਂ ਆਪਣਾ ਹਟਾ ਦੇ, ਤੂੰ ਆਪਣਾ ਉਹਦੇ ਬਾਰੇ ਤੁਸੀਂ ਨਹੀਂ ਜਾਣ ਸਕਦੇ। ਉਹਦੀਆਂ ਕੋਗਨੀਟਿਵ ਐਬਿਲਿਟੀਜ਼ ਤੇਰੀ ਕੋਗਨੀਟਿਵ ਐਬਿਲਿਟੀਜ਼ ਤੋਂ ਬਹੁਤ ਦੂਰ ਹੈ ਉਹ। ਤੇ ਜਿਤਨੀ ਵਾਰ ਤੂੰ ਮੰਗੇਗਾ ਉਤਨੀ ਵਾਰ ਉਸਨੇ ਦੇਣਾ ਹੈ ਤੈਨੂੰ। ਉਹ ਨਹੀਂ ਪ੍ਰਵਾਹ ਕਰਦਾ ਤੂੰ ਯਾਦ ਕੀਤਾ ਕਿ ਨਹੀਂ ਕੀਤਾ ਉਸਨੂੰ। ਉਹਨੂੰ ਨਹੀਂ ਪ੍ਰਵਾਹ ਇਸ ਗੱਲ ਦੀ, ਉਹਨੂੰ ਨਹੀਂ ਇਸ ਗੱਲ ਦੀ ਖੇਚਲ ਕਰਨੀ ਉਸਨੇ ਕਿ ਮੈਨੂੰ ਯਾਦ ਨਹੀਂ ਕੀਤਾ ਤਾਂ ਰੋਟੀ ਪਾਣੀ ਬੰਦ ਕਰ ਦਿਆਂ, ਮੈਨੂੰ ਮੇਰੇ ਨਾਲ ਮੇਰੇ ਹੁਕਮ ਦੇ ਨਾਲ ਇਹ ਜੀ ਨਹੀਂ ਰਿਹਾ, ਇਸ ਵਾਸਤੇ ਇਹਨੂੰ ਸਜ਼ਾ ਦਈਏ ਇਸਨੂੰ। ਇਹੋ ਜਿਹੀ ਰਿਲੇਸ਼ਨਸ਼ਿਪ A ਔਰ B ਵਾਲੀ ਰਿਲੇਸ਼ਨਸ਼ਿਪ ਨਹੀਂ ਹੈ ਉਹਦੀ।
ਇਹ ਡਿਫਰੈਂਟ ਰਿਲੇਸ਼ਨਸ਼ਿਪ ਹੈ। ਇਹ ਦੇਂਦਾ ਦੇ ਦੇਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਦਰ ਖਾਏ ਖਾਏ ਵਾਲੀ ਰਿਲੇਸ਼ਨਸ਼ਿਪ। ਉਹ ਦੇ ਹੀ ਜਾਏਗਾ ਦੇ ਹੀ ਜਾਏਗਾ ਦੇ ਹੀ ਜਾਏਗਾ, ਤੂੰ ਲੈਂਦਾ ਜਾਏਗਾ ਤੂੰ ਲੈਂਦਾ ਜਾ, ਅਗਲੇ ਨੇ ਨਾ ਨਹੀਂ ਕਰਨੀ ਤੇ ਤੂੰ ਮੰਗੀ ਜਾਏਗਾ। ਜਦ ਤੱਕ ਤੂੰ ਉਸਨੂੰ ਨਹੀਂ ਮੰਗਦਾ ਤਦ ਤੱਕ ਤੂੰ ਬੇਪਰਵਾਹ ਦੀ ਅਵਸਥਾ 'ਚ ਨਹੀਂ ਆ ਪਾਉਂਦਾ, ਤਦ ਤੱਕ ਤੂੰ ਹੁਕਮੀ ਨੂੰ ਜਾਣ ਨਹੀਂ ਪਾਉਂਦਾ, ਜਦ ਤੱਕ ਤੂੰ ਉਹਦੇ ਦਰਸ਼ਨਾਂ ਦੀ ਅਭਿਲਾਸ਼ੀ ਨਹੀਂ ਹੈ ਤੂੰ। So I'm going to answer Vic Viji's question because I'm going to end the class in less 4-5 minutes or so. Hanji, let me answer your question, Viji, or I'll try my best to answer your question. Thank you, Viji. Thank you for giving me the opportunity for that. So, ਜਿਹੜੀ ਤੁਸੀਂ explain ਕਰ ਰਹੇ ਸੀ ਗਾਵੇ ਕੋ ਗੁਣ ਵਡਿਆਈ ਆ ਚਾਰ, ਮੇਰਾ question is related to that. And so, and it seems to be connected to the next line also, ਗਾਵੇ ਕੋ ਵਿਦਿਆ ਵਿਖਮ ਵਿਚਾਰ। ਤੇ ਉੱਥੇ ਤੁਸੀਂ ਵੈਦਾਂਤਿਕ ਥਾਟ ਪ੍ਰੋਸੈਸ ਦੇ ਬਾਰੇ ਗੱਲ ਕੀਤੀ ਸੀਗੀ। ਸੋ ਕਿਸੇ ਟੇਕੇ ਦੇ ਵਿੱਚ ਮੈਂ ਨੋਟਿਸ ਕੀਤਾ ਹੈਗਾ ਕਿ ਉਹ ਜਿਹੜੀ ਚਾਰ ਦੀ ਗੱਲ ਹੈਗੀ, so some of the authors have said ki it is referring to the char ved, and the way you were explaining it ki it is the char is referring to the char jade aham gun hagen, or something like that. So I was just curious about that. Most authors don't agree with that viewpoint. Again, you know, normally 4 या 1 या 2 जितने भी गिनती ਵਿੱਚ ਆਏਗਾ ਰਾਰਨ ਸਿਹਾਰੀ ਹੋਏਗੀ, but again, you know, very people have different viewpoint. ਮੈਂ ਤੇ ਜਿਹੜੇ mainstream authors ਹਨ ਉਹਨਾਂ ਨੂੰ ਪੜ੍ਹ ਕੇ ਤੁਹਾਨੂੰ ਸੁਣਾ ਰਿਹਾ, ਤੇ mainstream authors ਵਿੱਚ 3-4 ਜਿਹੜੇ ਵੱਡੇ ਜਿਹੜੇ ਨਾਂ ਹਨ, ਇੱਕ ਭਾਈ ਸਾਹਿਬ ਭਾਈ ਵੀਰ ਸਿੰਘ ਹੋਰੀ ਹਨ, ਇੱਕ ਭਾਈ ਹਰਬੰਸ ਸਿੰਘ ਹੋਰੀ ਹਨ, ਪ੍ਰੋਫੈਸਰ ਸਾਹਿਬ ਸਿੰਘ ਹੋਰੀ ਹਨ। ਇਹ ਜਿਹੜੇ ਤੁਹਾਡੇ ਮੇਨਸਟ੍ਰੀਮ ਜਿਹੜੀ ਸਿੱਖ ਜਿਹੜੇ ਥਾਟ ਪ੍ਰੋਸੈਸ ਹੈ ਜਪਜੀ ਬਾਰੇ, ਜਸਟ ਟੂ ਲੈਟ ਯੂ ਨੋ ਕਿ ਜਪਜੀ ਬਾਰੇ ਬਹੁਤ ਕਿਤਾਬਾਂ ਔਰ ਬਹੁਤ ਕੰਮ ਲਿਖੇ ਗਏ। ਅਨਲਾਈਕ ਅਦਰ ਬਾਣੀਜ਼, ਜਪਜੀ ਬਾਰੇ ਸਭ ਤੋਂ ਜ਼ਿਆਦਾ ਵਰਕ ਜਪਜੀ ਵਿੱਚ ਹੋਏ ਹਨ, ਤੇ ਆਪਣੇ ਆਪਣੇ ਆਥਰ ਆਪਣੇ ਆਪਣੇ ਖਿਆਲ ਦਿੰਦੇ ਹਨ ਸਾਰੇ, ਪਿੰਨ ਖਿਆਲ ਦਿੰਦੇ ਹਨ ਸਾਰੇ ਆਪਣੇ। ਸੋ ਕਈਆਂ ਨੇ ਲਿਖਿਆ ਹੋਣਾ 4 ਵੇਦ ਹਨ, ਪਰ ਜਨਰਲੀ ਸਪੀਕਿੰਗ 4 ਦੇ ਰਾਰੇ ਨੂੰ ਸਿਹਾਰੀ ਹੋਏਗੀ ਜਦੋਂ ਇਸ ਤਰ੍ਹਾਂ ਦੀ ਗੱਲ ਆਏਗੀ। ਤੇ ਬਟ ਹੋ ਸਕਦਾ ਉਹ ਵੀ ਗੱਲ ਹੋਵੇ, doesn't matter though. The crux, again, the matter, the important part is not whether it's 4 ved or 4 mane good or something. The important part ਇੱਥੇ ਇਹ ਹੈ ਕਿ ਉਹ ਵਿਦਿਆ ਦੇ ਥਰੂ, ਉਹਦੇ ਗੁਣ ਗਾਵਣ ਨਾਲ ਵਿਦਿਆ ਦੇ ਥਰੂ ਉਸਨੂੰ ਜਾਣਿਆ ਨਹੀਂ ਜਾ ਸਕਦਾ ਹੁਕਮ ਨੂੰ। ਇਹ ਇੰਪੋਰਟੈਂਟ ਪੁਆਇੰਟ ਹੈ ਸਮਝਣਾ, not that ਕਿ 4 ਕੀ ਹਨ ਐਕਚੁਅਲੀ, ਮਤਲਬ ਉਹਦੇ ਕ੍ਰਕਸ ਇਹ ਹੈ ਕਿ ਤੁਹਾਡੀਆਂ ਕੋਗਨੀਟਿਵ ਐਬਿਲਿਟੀ ਤੋਂ ਪਰੇ ਹੈ ਉਹ, ਨਾ ਉਹਦੇ ਗੁਣਾਂ ਨੂੰ ਵਿਚਾਰ ਸਕਦੇ ਹੋ ਤੁਸੀਂ, ਤੁਹਾਡੀ ਕੋਗਨੀਟਿਵ ਐਬਿਲਿਟੀ ਤੋਂ ਪਰੇ ਹੈ। ਦਾਤਾਂ ਨੂੰ ਤੇ ਤੁਸੀਂ ਗਿਣ ਹੀ ਨਹੀਂ ਸਕਦੇ ਨਾ, ਦਾਤ ਤੇ ਤੁਸੀਂ ਗਿਣ ਸਕਦੇ ਹੋ ਜਿਹੜੀ ਤੁਸੀਂ ਨਜ਼ਰ ਵਿੱਚ ਆ ਸਕਦੀ ਹੈ ਤੁਹਾਡੀ ਦਾਤ। ਕਈ ਇਹੋ ਜਿਹੀਆਂ ਦਾਤਾਂ ਜਿਹੜੀਆਂ ਤੁਹਾਨੂੰ ਨਜ਼ਰ 'ਚ ਨਹੀਂ ਆਉਂਦੀਆਂ, ਜਿਹੜੀਆਂ ਰੋਜ਼ ਲੈਂਦੇ ਹੋ, ਆਕਸੀਜਨ ਰੋਜ਼ ਲੈਂਦੇ ਹੋ, ਪਾਣੀ ਰੋਜ਼ ਪੀਂਦੇ ਹੋ, ਯੂ ਨੋ, ਤੇ ਉਹ ਤੇ ਤੁਹਾਨੂੰ ਨਜ਼ਰ ਨਹੀਂ ਆਉਂਦੀਆਂ ਕਿਉਂਕਿ ਉਹ ਤੇ ਭਿਖਾਰੀ ਨੂੰ ਵੀ ਮਿਲ ਜਾਂਦੀਆਂ ਨੇ, ਤੁਹਾਨੂੰ ਵੀ ਮਿਲੀਆਂ ਹੋਈਆਂ। ਅੱਖਾਂ ਦੀ ਰੋਸ਼ਨੀ ਤਾਂ ਨਜ਼ਰ ਨਹੀਂ ਆਉਂਦੀ ਨਾ ਕਿਸੇ ਨੂੰ, ਇਹ ਵੀ ਰੋਸ਼ਨੀ ਦਿੱਤੀ ਹੈ, ਇਹ ਸ਼ੁਕਰ ਕਰ, ਕਈਆਂ ਦੀਆਂ ਨਹੀਂ ਹਨ, ਮੈਨੂੰ ਦਿੱਤੀਆਂ ਹੋਈਆਂ, ਹੱਥ ਪੈਰ ਚੱਲਦੇ ਨੇ ਮੇਰੇ, ਜਾ ਸਕਦਾ ਜਿੱਥੇ ਮਰਜੀ। ਹਾਂਜੀ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਆਏ ਨਾ, ਸੁਰਪਨੀ 'ਚ ਵੀ ਵਰਡ ਆਏ ਨੇ ਬੜੇ, ਯੂ ਨੋ। ਸੋ ਉਹ ਕਈ ਦਾਤ, ਕਈ ਸਾਰੀਆਂ ਦਾਤਾਂ ਤੋਂ ਵੀ ਤੂੰ ਜਾਣੂ ਨਹੀਂ ਹੈ। ਤੂੰ ਕਰੈਕਟ ਮੈਟਰ ਦਾ ਇਹ ਹੈ ਇੱਥੇ ਕਿ ਹੁਕਮੀ ਤੇਰੀ ਸਮਝ ਬੁੱਝ ਤੋਂ ਬਹੁਤ ਦੂਰ ਹੈ। ਇੱਕ ਗੱਲ ਯਾਦ ਰੱਖ, ਹੁਕਮੀ ਬੇਸ਼ੱਕ ਦਾਤਾਂ ਦੇਣ ਵਾਲਾ ਹੈ, ਹੁਕਮੀ ਬੇਸ਼ੱਕ ਵਿਦਿਆ ਦਾ ਕੇਂਦਰ ਹੈ, ਹੁਕਮੀ ਸਾਰੇ ਵਿਖਮ ਵਿਚਾਰ ਦਾ ਕੇਂਦਰ ਵੀ ਹੋਵੇ, ਹੁਕਮੀ ਜਨਮ ਮਰਨ ਤੋਂ ਪਰੇ ਹੈ, ਹੁਕਮੀ ਜਨਮ ਵੀ ਦੇ ਸਕਦਾ ਹੈ, ਮਾਰ ਵੀ ਸਕਦਾ ਹੈ, ਫਿਰ ਜਵਾਲ ਸਕਦਾ ਹੈ, ਪਰ ਉਹ ਆਪ ਇਸ ਦਾਇਰੇ 'ਚ ਨਹੀਂ ਹੈ, ਉਹ ਆਪ ਇਹਨਾਂ ਬੰਧਨ ਵਿੱਚ ਨਹੀਂ ਹੈ, ਆਪ ਬੇਪਰਵਾਹ ਹੈ। So I guess the other aspect of my question was ਕਿ ਜਿਹੜੇ mainstream authors ਨੇ ਜਿਹੜੇ 4 ਗੁਣਾਂ ਦੀ ਗੱਲ ਕੀਤੀ ਹੈਗੀ, could you just briefly mention those 4? ਨਹੀਂ, 4 ਨਹੀਂ ਹੈ ਮੀਨਿੰਗ ਜੀ, 4 ਮੀਨਿੰਗ ਸੋਹਣੇ, 4 ਮੀਨੇ ਸੁੰਦਰ ਹੈ ਉੱਥੇ, 4 ਦੇ ਮੀਨਿੰਗ ਉੱਥੇ ਨਿਊਮੈਰੀਕਲ 4 ਨਹੀਂ ਹੈ। ਜੇ ਨਿਊਮੈਰੀਕਲ 4 ਹੁੰਦਾ ਤੇ ਆਮ ਸੌਰੀ, ਜੇ 4 ਦੇ ਨਿਊਮੈਰੀਕਲ ਹੁੰਦਾ ਤੇ ਰਾਰੇ ਨੂੰ ਸਿਹਾਰੀ ਲੱਗਦੀ। Okay, so numerical 4 ਵਾਸਤੇ ਨਹੀਂ ਆਇਆ ਵਰਡ। ਹਾਂਜੀ, ਉਹ ਫੁੱਲਾ ਵੀ ਜੀ ਡਿਕਸ਼ਨਰੀ ਵੀ 4 ਦੇ ਅਰਥ ਨੇ ਸੁੰਦਰ, ਚੰਗੇ, ਸ਼ੁਭ। That's right. That's what char means. Char does not mean Okay. So it's just like charu, ਜਿਸ ਤਰ੍ਹਾਂ ਚਾਰੂ word ਹੈਗਾ ਹਿੰਦੀ ਦੇ ਵਿੱਚ ਜਾਂ ਬੰਗਾਲੀ ਵਿੱਚ। So in that sense, charu word, Bengali the charu word does not mean sundar though, but no, charu doesn't. I'm fluent in Bengali, reading and writing. Hindi, I meant Hindi basically. Okay,
So Yeah. ठीक है, thank you, I got it, thank you. So, but I think sorry मैं class जल्दी end करदा पिया आज. I'm sorry about that. मजबूरी है मेरी आज थोड़ी. But a thought process, मैं leaving you with this thought process कि हुक्म आप ਹੁਕਮ ਦੀ ਰਜ਼ਾ ਵਿੱਚ ਚੱਲਣ ਦਾ ਹੁਕਮ, ਉਹਦੀ ਮਰਜ਼ੀ ਨੂੰ ਜਾਣ ਕੇ ਉਹਦੀ ਮਰਜ਼ੀ ਦੇ ਹਿਸਾਬ ਨਾਲ ਜੀਵਨ ਨੂੰ ਢਾਲਣਾ, ਨੰਬਰ 1, ਜਿਹੜਾ ਪੌੜੀ ਨੰਬਰ 1. ਪੌੜੀ ਨੰਬਰ 2 ਵਿੱਚ ਇਸ ਗੱਲ ਦਾ ਬੋਧ ਹੋ ਜਾਣਾ ਕਿ ਹੁਕਮ ਕਰਨ ਕਰਾਉਣ ਵਾਲਾ ਹੈ, ਤੁਸੀਂ ਕਰਨ ਕਰਾਉਣ ਵਾਲੇ ਨਹੀਂ ਹੋ, ਤੇ ਹਉਮੈ ਦੀ ਇਸ ਬੋਝੀ ਨੂੰ ਸੁਝ ਲੈਣਾ. ਤੇ ਤੀਸਰੇ ਵਿੱਚ ਹੈ ਕਿ ਕਰਨ ਗਾਉਂਦੇ ਹਨ ਹੁਕਮੀ ਦੇ ਬੜੇ ਗੁਣ ਕਿਸੇ ਵੀ ਡਿਫਰੈਂਟ ਐਸਪੈਕਟ ਤੋਂ, ਉਸਨੂੰ ਜਾਣਦੇ ਹਨ ਕਈਆਂ ਡਿਫਰੈਂਟ ਐਸਪੈਕਟ ਤੋਂ, ਪਰ ਉਹ ਕਿਸੇ ਐਸਪੈਕਟ 'ਚ ਨਹੀਂ ਹੈ. ਜਿਹੜੀ ਸੈਕੰਡ ਪਾਰਟ ਆਫ ਦਿਸ ਪੌੜੀ which I will address it next Saturday. Narinder Viji has a question though, so let me try my best to answer. Yeah, I just wanted to share my thoughts about the question that came up last week about hukmi nanak uttam neech na koy. So this one explanation ke ਜਦੋਂ ਕੋਈ ਬੰਦਾ ਅਸੀਂ ਹੁਣ ਸਪਿਰਚੁਅਲ ਰਸਤੇ ਦੇ ਵਿੱਚ ਉੱਤਮ ਨੀਚ ਨੂੰ ਕਰਦੇ ਹਾਂ, ਜਿਹੜਾ ਪਰਮਾਤਮਾ ਦੇ ਨੇੜੇ ਆ ਉੱਤਮ ਹੈ, ਜਿਹੜਾ ਪਰੇ ਹੈ ਉਹ ਉਸ ਨੂੰ ਜਾਣਦੇ ਹਾਂ ਕਿ ਉਹ ਉੱਤਮ ਨਹੀਂ ਹੈ. ਇਸ ਤਰ੍ਹਾਂ ਨਾਲ ਪਰਮਾਤਮਾ ਦੇ ਰਾਹ ਤੇ ਜਿਹੜਾ ਸਪਿਰਚੁਅਲ ਰਸਤੇ ਤੇ ਚੱਲ ਰਿਹਾ. ਸੋ ਜਿਹੜਾ ਉਹਦੇ ਵਿੱਚ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਦੀ ਆਉਂਦੀ ਹੈ, ਵੀ ਜਿਹੜਾ ਜਿਸ ਸੁਰਤੀ ਜਾਂ ਗਿਆਨ ਦਾ ਵੀ ਜਿਹੜਾ ਜ਼ੋਰ ਹੈ ਨਾ, ਉਹ ਵੀ ਪਰਮਾਤਮਾ ਦਾ ਹੀ ਜ਼ੋਰ ਹੈ. ਤੇ ਉਸ ਤਰ੍ਹਾਂ ਪਹਿਲਾਂ ਇੱਕ ਲਾਈਨ ਆਉਂਦੀਆਂ ਨੇ ਜਪਜੀ ਦੇ ਵਿੱਚ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ. ਸੋ ਜਿਹੜਾ ਬੰਦਾ ਭਗਤੀ ਵੀ ਕਰ ਰਿਹਾ, ਜਿਹੜਾ ਭਗਤੀ ਦੇ ਰਸਤੇ ਤੇ ਚੱਲ ਕੇ ਬਹੁਤ ਉੱਚੀ ਥਾਂ ਤੇ ਪਹੁੰਚ ਜਾਂਦਾ ਤੇ ਆਪਣੇ ਆਪ ਨੂੰ ਸਮਝੇ ਕਿ ਮੈਂ ਬਹੁਤ ਉੱਤਮ ਹੋ ਗਿਆ. ਸੋ that line refers in some ways to those people who achieve a higher degree of spiritual knowledge. ਤੇ ਆਪਣੇ ਆਪ ਨੂੰ ਸਮਝਣ ਕਿ ਮੈਂ ਬਹੁਤ ਉੱਤਮ ਹੋ ਗਿਆ. ਕਿ ਉਸ ਲਾਈਨ ਦੇ ਵਿੱਚ ਇਸ ਦਾ ਮਤਲਬ ਇਹ ਹੈ ਵੀ ਉਹ ਜਿਹੜੀ ਉੱਤਮਤਾ ਤੁਹਾਡੇ ਵਿੱਚ ਹੈ ਉਹ ਵੀ ਉਸਦੇ ਸਿਮਰਨ ਕਰਕੇ ਹੈ. ਜੇ ਉਸਦਾ ਸਿਮਰਨ ਹੈ ਤੇ ਉੱਤਮਤਾ ਹੈ, ਜੇ ਉਸਦੇ ਸਿਮਰਨ ਨਹੀਂ ਹੈ ਤੇ ਉੱਤਮਤਾ ਨਹੀਂ ਹੈ. ਤੁਸੀਂ ਪਾਣੀ ਨੂੰ ਗਰਮ ਕਰੋ, ਥੱਲੇ ਉਸਤੇ ਉਹਨੂੰ ਹੀਟ ਦਿੱਤੀ ਜਾਵੇ ਤੇ ਪਾਣੀ ਗਰਮ ਹੋ ਜਾਏ ਤੇ ਉਹ ਪਾਣੀ ਦੇ ਵਿੱਚ ਜਿਹੜੀ ਹੀਟ ਹੈ ਉਹ ਕਿਉਂਕਿ ਉਹਨੂੰ ਗਰਮ ਕਰ ਰਹੇ ਹੋ, ਨਾ ਕਿ ਉਹ ਪਾਣੀ ਆਪਣੇ ਆਪ ਹੀ ਗਰਮ ਪਾਣੀ ਹੋ ਗਿਆ. ਜਦੋਂ ਤੁਸੀਂ ਉਸਦੀ ਹੀਟ ਚਲੀ ਜਾਏਗੀ ਤੇ ਉੱਤਮਤਾ ਵੀ ਚਲੀ ਜਾਏਗੀ. ਸੋ ਜਿਹੜਾ ਪ੍ਰਮਾਤਮਾ ਨੂੰ ਵਿਸਰ ਜਾਏਗਾ, ਜਿਹੜਾ ਜਿਹਦੇ ਵਿੱਚ ਸਿਮਰਨ ਨਹੀਂ ਹੈ, ਉਹਦੇ ਵਿੱਚ ਉੱਤਮਤਾ ਨਹੀਂ ਰਹੇਗੀ. ਸੋ ਉੱਤਮਤਾ ਵੀ ਹੁਕਮ ਦੀ ਹੈ. ਉਹ ਕੋਈ ਆਪਣੀ ਹਿਸਾਬ ਨਾਲ ਕੋਈ ਉੱਤਮ ਨਹੀਂ ਬਣਦਾ, ਉਸੇ ਪਰਮਾਤਮਾ ਦਾ ਹੀ ਜ਼ੋਰ ਹੈ ਸਾਰਿਆਂ ਦੇ ਵਿੱਚ. Thank you, Virji. That was beautiful. Thank you. Unfortunately, I have to end the class early today. I apologize for that, but I'm already running a little late, so I'm going to end the class. I'll try to answer rest of the questions next week, though. But as I said before, मेरी गुरु मेरी ਝੋਲੀ ਵਿੱਚ ਸੇਵਾ ਬੜੇ ਸਾਲਾਂ ਤੋਂ ਪਾਈ ਹੈ, ਪਰ ਮੈਂ ਕਿਸੇ ਬਾਣੀ ਦੇ ਅਰਥਾਂ ਵਿੱਚੋਂ ਮੈਨੂੰ ਇੰਨੀ ਨਰਵਸਨੈਸ ਮਹਿਸੂਸ ਨਹੀਂ ਹੁੰਦੀ. ਜਦੋਂ ਮੈਂ ਜਪਜੀ ਬਾਣੀ ਨੂੰ ਡਿਸਕਸ ਕਰਦੇ ਹਾਂ, ਮੇਰੇ ਹੱਥ ਪੈਰ ਹੁਣ ਵੀ ਕੰਬਦੇ ਨੇ ਬੜੇ. ਇਹ ਬਾਣੀ ਦੀ ਡੈਪਥ ਜਿਹੜੀ ਹੈ, ਅਨਪੈਰਲਡ ਡੈਪਥ ਹੈ ਇਸ ਬਾਣੀ ਦੀ, ਅਨਪੈਰਲਡ. ਭਾਈ ਵੀਰ ਸਿੰਘ ਨੇ ਨਾਲ ਲਿਖਦੇ ਸੰਥਿਆ ਤੇ ਸ਼ਾਇਦ ਨਾ ਸੋਝੀ ਆ ਜਾਂਦੀ ਇਸ ਗੱਲ ਦੀ ਮੈਨੂੰ ਵੀ, ਲੇਕਿਨ ਇਸ ਬਾਣੀ ਦੇ ਬੋਧ ਕਰਾਉਣਾ, ਆਪ ਬੋਧ ਹੋ ਜਾਣਾ, ਮੇਰੇ I cannot tell you how worked up I am when I come here though inside, because I know that this is not something easy to do. Or ਅਸੀਂ ਪੌੜੀਆਂ ਦੇ ਫਟਾਫਟ ਪੜ ਜਾਂਦੇ ਹਾਂ ਸਵੇਰੇ, ਬਟ ਇਹਨਾਂ ਪੌੜੀਆਂ ਦੀ ਡੈਪਥ ਜਿਹੜੀ ਹੈ ਅਨਪੈਰਲਡ ਡੈਪਥ ਹੈ ਇਹਨਾਂ ਪੌੜੀਆਂ ਦੀ. ਤੇ ਜੇ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਹੈ ਤੇ ਨਾਨ ਸਿੱਖ ਆਥਰਸ ਨੂੰ ਜ਼ਰਾ ਪੜ੍ਹ ਕੇ ਦੇਖੋ, ਫਿਰ ਪਤਾ ਲੱਗੇਗਾ ਕੀ ਕਹਿੰਦੇ ਨੇ. ਜਿਹੜੇ ਸਿੱਖ ਤੇ ਕਹਿਣਾ ਹੀ ਕਹਿਣਾ ਹੈ, ਕਿਉਂਕਿ ਸਾਡੇ ਤੇ ਨਾਨਕ ਆਪਣੇ ਹਨ,
ਪਰ ਜਿਨ੍ਹਾਂ ਦੇ ਦਾਨਕ ਇਸ਼ਟ ਨਹੀਂ ਹੋਣ ਉਹਨਾਂ ਦੇ ਆਥਰ ਉਹਨਾਂ ਦੇ ਜ਼ਰਾ ਵਿਊ ਪੁਆਇੰਟ ਪੜ੍ਹ ਕੇ ਦੇਖਿਓ, ਫਿਰ ਤੁਹਾਨੂੰ ਪਤਾ ਲੱਗੇਗਾ ਇਸ ਬਾਣੀ ਦੀ ਡੈਪਥ ਤੇ ਸੌਰੀ ਮੈਂ ਕਲਾਸ ਐਂਡ ਕਰ ਰਿਹਾ ਹਾਂ, ਮੈਂ ਜਕਾਰਾ ਬੁਲਾਵਾਂਗਾ ਹੁਣ ਤੇ I will then continue this discussion next week ਜੀ। I apologize again for ending the class sooner than normal. I still have about 10-15 minutes left, but sorry about that. ਤੇ ਅਗਲੀ ਵਾਰੀ ਦਰਸ਼ਨ ਹੋਣਗੇ ਸਭ ਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਵੀਰ ਜੀ, ਸਤਿ ਸ਼੍ਰੀ ਅਕਾਲ। Thank you ਜੀ, ਸਤਿ ਸ਼੍ਰੀ thank ਅਕਾਲ। you, Thank you, Virji. Thank you, ji. Thank Thank you, you. Sat Shri Akal, Virji. thank you Thank ਜੀ, you. thank Thank you, you. Thank you, Virji. thank you ਜੀ, thank you everybody, and sorry about the early ending No of problem. ਸੁਰਿੰਦਰ No ਜੀ problem. ਤੁਸੀਂ ਜੋ ਵੀ ਕਹਿ ਲਓ, ਪਰ ਤੁਸੀਂ ਸਾਰਿਆਂ ਨੂੰ ਨੇੜੇ ਲੈ ਆਂਦੇ ਹੋ ਜਪਜੀ ਦੇ, ਆਪਣਾ ਸਾਰਾ ਕੁਝ ਇਕੱਠਾ ਕਰਕੇ, ਐਂਡ ਵੀ ਥੈਂਕ ਯੂ ਫॉर दैट। thank you so much. ਮਿਹਰਬਾਨੀ। Thank you ji, thank you everybody, thank you। Thank you, Virji.